ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪਹਿਲਾ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਨ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਨ। ਆਪੇ ਕਰ ਕਰ ਵੇਖੈ ਤਾਣ, ਤੂੰ ਦਾਤਾ ਨਾਮ ਪਰਵਾਨ। ਐਸਾ ਨਾਮ ਨਿਰੰਜਨ ਦਿਓ, ਹਉ ਜਾਚਕ ਤੂੰ ਅਲਖ ਅਭਿਓ। ਰਹਾ ਮਾਇਆ ਮੋਹ ਤ੍ਰਕਟੀ ਨਾਰ, ਭੂੰਡੀ ਕਾਮਣ ਕਾਮਣਿਆਰ। ਰਾਜ ਰੂਪ ਝੂਠਾ ਦਿਨ ਚਾਰ, ਨਾਮ ਮਿਲੈ ਚਾਨਣ ਅੰਧਿਆਰ। ਚਖ ਛੋਡੀ ਸਹਸਾ ਨਹੀਂ ਕੋਏ, ਬਾਪ ਦਿਸੈ ਵੇ ਜਾਤ ਨਾ ਹੋਏ। ਏਕੇ ਕਉ ਨਾਹੀ ਭਉ ਕੋਏ, ਕਰਤਾ ਕਰੇ ਕਰਾਵੈ ਸੋਏ। ਸ਼ਬਦ ਮੂਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸਾਚੈ ਧਾਰਿਆ। ਅਵਰ ਨਾ ਸੂਝੈ ਗੁਰ ਕੋ ਵਾਰਿਆ, ਨਾਨਕ ਨਾਮ ਰਤੇ ਨਿਸਤਾਰਿਆ। ਸ਼ਬਦ ਮੂਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸਾਚੈ ਧਾਰਿਆ। ਅਵਰ ਨਾ ਸੂਝੈ ਗੁਰ ਕੋ ਵਾਰਿਆ, ਨਾਨਕ ਨਾਮ ਰਤੇ ਨਿਸਤਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼। ਸ਼ਾਮ ਸਮੇਂ ਸਤਸੰਗਤ ਦੇ ਪਲ ਅਸੀਂ ਪ੍ਰਾਪਤ ਕੀਤੇ ਨੇ। ਗੁਰੂ ਹਜ਼ੂਰੀ ਵਿੱਚ ਹਾਜ਼ਰੀਨ ਹੋਣ ਦਾ ਸੁਭਾਗ ਮਿਲਿਆ। ਨਾਲ ਹੀ ਘਰਾਂ ਥਾਵਾਂ ਤੋਂ ਟੀਵੀ ਰਾਹੀਂ ਜਾਂ ਹੋਰ ਮੀਡੀਆ ਸੋਰਸਿਸ ਰਾਹੀਂ ਆਪ ਗੁਰੂ ਸ਼ਬਦ ਨੂੰ ਮਾਣ ਪਾ ਰਹੇ ਹੋ, ਇਹ ਵੀ ਵਡਭਾਗਤਾ ਹੈ। ਲੜੀਵਾਰ ਗੁਰਬਾਣੀ ਵਿਆਖਿਆਨ ਜੋ ਅਸੀਂ ਲਗਾਤਾਰ ਕਰਦੇ ਹਾਂ, ਇਸ ਵਿੱਚ ਬਿਲਾਵਲ ਰਾਗ ਚੱਲ ਰਿਹਾ ਹੈ। ਗੁਰੂ ਨਾਨਕ ਸਾਹਿਬ ਦਾ ਪਹਿਲੇ ਜਾਮੇ ਵਿੱਚ ਉਚਾਰਨ ਕੀਤਾ ਸੰਦੇਸ਼ ਸਾਨੂੰ ਪ੍ਰਾਪਤ ਹੈ। ਇਸ ਰਾਗ ਦਾ ਇਹ ਤੀਸਰਾ ਸ਼ਬਦ ਹੈ। ਬੀਤੇ ਕੱਲ ਤੋਂ ਪਿਛਲੇ ਰੋਜ਼ ਇਹਦੀ ਵਿਚਾਰ ਪ੍ਰਾਰੰਭ ਕੀਤੀ ਸੀ। ਬੜੀ ਬੁਨਿਆਦੀ ਤੌਰ 'ਤੇ ਜੋ ਸੀ ਵਿਨਤੀਆਂ ਹੋਈਆਂ ਸੀ, ਖਾਸ ਕਰਕੇ ਰਹਾਉ ਦੇ ਪਦੇ ਦੇ ਬਾਬਤ। ਅੱਜ ਉਸ ਤੋਂ ਅੱਗੇ ਵਿਚਾਰ ਤੋਰਾਂਗੇ, ਪਰ ਇੱਕ ਵਾਰ ਫਿਰ ਸਰਸਰੀ ਨਜ਼ਰ ਰਹਾਉ ਦੇ ਪੰਦੇ, ਰਹਾਉ ਦੇ ਬੰਦ 'ਤੇ, ਉਪਰੰਤ ਬਾਕੀ ਸ਼ਬਦ ਨੂੰ ਵਿਚਾਰਨ ਦਾ ਪ੍ਰਯਾਸ ਹੋਏਗਾ। ਗੁਰਦੇਵ ਜੋ ਜ਼ਿਕਰ ਕਰ ਰਹੇ ਨੇ, ਐਸਾ ਨਾਮ ਨਿਰੰਜਨ ਦਿਓ, ਹਉ ਜਾਚਕ ਤੂੰ ਅਲਖ ਅਭਿਓ। ਰਹਾਉ ਐਸਾ ਨਾਮ ਨਿਰੰਜਨ ਦਿਓ। ਨਾਮ ਦੇ ਬਾਬਤ ਅਕਸਰ ਬੰਦੇ ਨੂੰ ਭੁਲੇਖਾ ਰਹਿੰਦਾ। ਨਾਮ ਕੀ ਹੈ, ਨਾਮ ਕਿਹਨੂੰ ਕਹੀਦਾ ਹੈ, ਨਾਮ ਕਿਵੇਂ ਜਪੀਦਾ ਹੈ। ਗੁਰਬਾਣੀ ਨੇ ਇਹਦੇ ਬਾਬਤ ਕੋਈ ਵੀ ਭੁਲੇਖਾ ਨਹੀਂ ਛੱਡਿਆ। ਪਰ ਉਹ ਹੈ ਕਿ ਜੇ ਅਨਫੋਰਚੂਨੇਟਲੀ ਅਸੀਂ ਬਾਣੀ ਨਾਲ ਉਸ ਕਿਸਮ ਦੀ ਸਾਂਝ ਨਹੀਂ ਪਾਵਾਂਗੇ, ਉਸ ਕਿਸਮ ਦੀ ਸਾਂਝ ਦਾ ਮਾਇਨਾ ਕਿ the way Gurbani present everything, if we really want to understand, we have to read it, recite it, and have some sort of understanding how this Shabad, this Bani has been presented in Guru Granth Sahib Maharaj. Once we are able to get the system, once we are able to have the idea how
Gurbani teaches us what is the grammatical system behind these lines, behind these letter presentation or word presentation, then we will be able to understand Sikhi school of thought or Gurbani school of thought. And that school of thought can help us to understand these kind of subjects, especially as I'm talking Naam or Rabji or Rab's concept, all those subjects which we always say these are very complex. But in a way, Gurbani is very clear, even crystal clear, I should say. जो बचन इत्थे आ रहा है, ऐसा नाम निरंजन देओ, नाम वो ज्ञान, वो समझ, वो सोझी ਜਿਹੜੀ ਸਾਡੀ ਸੁਰਤ ਨੂੰ ਰੱਬ ਜੀ ਅਕਾਲ ਪੁਰਖ ਵਾਹਿਗੁਰੂ ਜਾਂ ਜਿਹਨੂੰ ਕਹਿ ਲਓ ਐਗਜ਼ਿਸਟੈਂਸ, ਹੋਂਦ, ਸੱਚ ਜੋ ਹੈ ਉਸ ਨੂੰ ਸਮਝਣ ਸਮਝਾਉਣ ਦੇ ਵਿੱਚ ਮਦਦ ਕਰਦਾ ਹੈ। ਤੇ ਉਹ ਅਹਿਸਾਸ ਫਿਰ ਉਸ ਲੈਵਲ ਤੇ ਲੈ ਜਾਂਦਾ ਹੈ ਜਿੱਥੇ ਸਾਡੀ ਸੁਰਤ ਉਸ ਨਿਰੰਜਨ ਮਾਇਆ ਰਹਿਤ ਜੋ ਸੰਸਾਰ ਆ ਇਹਦੇ 'ਚ ਮੋਸਟਲੀ ਸਾਡੇ ਅੰਦਰ ਜੋ ਅਸੀਂ ਨੋਟਿਸ ਕਰਦੇ ਹਾਂ ਉਹ ਮਾਇਆ ਹੀ ਹੈ। ਤੁਹਾਡੇ ਨਾਲ ਕਿਸੇ ਨੇ 10 ਚੰਗੇ ਕੰਮ ਕੀਤੇ ਹੋਣ, ਯਾਦ ਚੰਗੇ ਨਹੀਂ ਰਹਿਣਗੇ, ਬੁਰਾ ਰਹੇਗਾ। ਇਹੀ ਮੈਮਰੀ ਕੈਰੀ ਕਰਦੀ ਹੈ। ਅੱਛਾਈਆਂ ਨਹੀਂ ਦਿਸਦੀਆਂ, ਬੁਰਾਈਆਂ ਦਿਸਦੀਆਂ ਨੇ। ਕੂੜ ਦਿਸਦਾ ਹੈ, ਕੂੜ ਨੋਟਿਸ ਹੁੰਦਾ ਹੈ, ਕੂੜ ਅੰਦਰ ਚੱਲਦਾ ਹੈ। ਕੂੜ ਦੇ ਵਿੱਚੋਂ ਹੀ ਫਿਰ ਬੰਦਾ ਲਗਾਤਾਰ ਉਹੋ ਜਿਹਾ ਵਿਹਾਰ ਐਕਸੈਪਟ ਅਤੇ ਅਡੋਪਟ ਕਰਦਾ, ਫਿਰ ਦੂਜਿਆਂ ਦੇ ਨਾਲ ਉਸੇ ਤਰੀਕੇ ਨਾਲ ਪੇਸ਼ ਆਉਂਦਾ ਹੈ। ਇਹ ਹੈ ਅੰਜਨ, ਮਾਇਆ, ਕਾਲਖ। ਇਸੇ ਕਰਕੇ ਕਾਲਖ ਵੱਧ ਦਿਸਦੀ ਹੈ ਸੰਸਾਰ ਦੇ ਵਿੱਚ। ਨੋ ਡਾਊਟ ਜਿੱਥੇ ਕਿਸੇ ਪੌਦੇ ਦੇ, ਕਿਸੇ ਬੂਟੇ ਦੇ ਰੂਟਸ ਲੱਗਦੇ ਨੇ, ਉਹ ਮੈਨਿਊਰ ਹੁੰਦਾ ਹੈ, ਉਹ ਰੂੜੀ ਹੁੰਦੀ ਹੈ, ਉਹ ਮਿੱਟੀ ਹੁੰਦੀ ਹੈ, ਉਹ ਟੌਪ ਸੋਇਲ ਹੁੰਦੀ ਹੈ, ਅਤੇ ਉਹ ਕਾਲੀ ਵੀ ਹੁੰਦੀ ਹੈ, ਮੈਲੀ ਵੀ ਹੁੰਦੀ ਹੈ, ਉਹਦੇ 'ਚ ਸਮੈਲ ਵੀ ਹੁੰਦੀ ਹੈ, ਅਤੇ ਉਹ ਜ਼ਿਆਦਾ ਹੁੰਦੀ ਹੈ ਮੁਕਾਬਲਤਨ ਬਨਸਪਤੀ ਦੇ, ਬੂਟਿਆਂ ਦੇ, ਫੁੱਲਾਂ ਦੇ ਉਸ ਰੂਪ ਦੇ ਅੰਦਰ। ਪਰ ਇਹ ਹੈ ਜਦੋਂ ਬੰਦਾ ਕੋਈ ਬਾਗ ਬਗੀਚੇ ਕਿਸੇ ਜਾਵੇ ਅਤੇ ਉਹ ਮੈਨਿਊਰ ਨਹੀਂ ਦੇਖਦਾ, ਉਹਦੇ ਉੱਤੇ ਲੱਗੇ ਹੋਏ ਫੁੱਲ ਦੇਖਦਾ ਆ, ਬੂਟੇ ਦੇਖਦਾ ਆ, ਉਹਨਾਂ ਦੇ ਵਿੱਚੋਂ ਵੀ ਉਹ ਰੰਗ ਦੇਖਦਾ ਜਿਹੜੇ ਰੰਗ ਬੜੇ ਸ਼ੋਖ ਨੇ, ਜਿਹੜੇ ਖੁਸ਼ਬੂ ਫੈਲਾ ਰਹੇ ਨੇ। ਅਤੇ ਜੇ ਤੁਸੀਂ ਬੂਟਿਆਂ ਦੀ ਵੀ ਗਿਣਤੀ ਕਰੋਗੇ, ਟਾਹਣੀਆਂ, ਪੱਤੇ ਬਹੁਤ ਵੱਧ ਹੋਣਗੇ, ਫੁੱਲ ਥੋੜ੍ਹੇ ਹੋਣਗੇ। But we try to notice the flowers, not just plants, not just their branches, not just their actually quantity of flowers or trees. ਦੁਨੀਆ 'ਚ ਅਸੀਂ ਉਲਟ ਕਰਦੇ ਹਾਂ। ਦੁਨੀਆ 'ਚ ਅਸੀਂ ਕੀ ਹੈ, ਅਸੀਂ ਗੁਣ ਨਹੀਂ ਵੇਖਦੇ, ਸ਼ੁਭਤਾ ਨਹੀਂ ਵੇਖਦੇ, ਖੁਸ਼ਬੂ ਨਹੀਂ ਵੇਖਦੇ, ਬਲਕਿ ਹੋਰ ਹਰ ਚੀਜ਼ ਨੋਟਿਸ ਕਰੀ ਜਾਂਦੇ ਹਾਂ। ਇਸੇ ਲਈ ਕੂੜ ਵੱਧ ਨੋਟਿਸ ਹੁੰਦਾ ਹੈ, ਕੂੜ ਹੀ ਪ੍ਰਭਾਵਿਤ ਕਰਦਾ ਹੈ, ਜਿਹਨੂੰ ਲਾਅ ਆਫ ਅਟਰੈਕਸ਼ਨ 'ਚ ਕਹਿੰਦੇ ਆ ਕਿ ਜਿਹੋ ਜਿਹੀ ਚੀਜ਼ ਅਟਰੈਕਟ ਕਰਦੀ ਹੈ ਉਸੇ ਤਰੀਕੇ ਦੀ ਸੁਰਤ ਬਣਦੀ ਲੱਗੀ ਜਾਂਦੀ ਹੈ। ਸੋ ਨਾਮ ਤੋਂ ਟੁੱਟਿਆ ਹੋਇਆ ਮਨੁੱਖ ਉਸ ਅਸਲੀ ਹੋਂਦ ਤੋਂ, ਸੱਚ ਦੀ ਹੋਂਦ ਤੋਂ, ਗੁਣਾਤਮਕ ਪੱਖ ਤੋਂ ਨਿਗੁਣਾ ਹੋਈ ਜਾਂਦਾ ਹੈ, ਗੁਣਾਂ ਤੋਂ ਵਿਹੀਨ ਹੋਈ ਜਾਂਦਾ ਹੈ। ਅਤੇ ਫਿਰ ਗੁਣਾਂ ਤੋਂ ਵਿਹੀਨ ਨੂੰ ਉਹੋ ਜਿਹੇ ਗੁਣਾਂ ਤੋਂ ਵਿਹੀਨ ਸੰਸਾਰ ਅਟਰੈਕਟ ਹੋਰ ਕਰਦਾ ਹੈ। ਇਹਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਬਿਆਨ ਕੀਤਾ, ਕੂੜ ਕੂੜੈ ਨਿਹ ਲੱਗਾ ਵਿਸਰਿਆ ਕਰਤਾਰ। ਵਿੱਚ ਦਿਸਦਾ ਹੀ ਨਹੀਂ ਕੁਝ ਕਰਤਾਰ ਵੀ ਹੈ, ਬਸ ਕੂੜ ਹੀ ਕੂੜ ਹੈ। ਅਤੇ ਉਸ ਕੂੜ ਦੇ ਵਿੱਚ ਫਿਰ ਬਾਬਾ ਜੀ ਨੇ ਬਿਆਨ ਕੀਤਾ ਨਾ ਵੀ ਜਦੋਂ ਬਹੁਤ ਡੀਪ ਲੈਵਲ 'ਤੇ ਦੇਖਿਆ, ਸੈਦਪੁਰ ਨੂੰ ਮਹਾਰਾਜ ਜਦੋਂ ਬਿਆਨ ਕਰਦੇ ਨੇ ਵੀ ਕੂੜ ਫਿਰੈ ਪ੍ਰਧਾਨ ਵੇ ਲਾਲੋ, ਵੀ ਚਾਰ ਛਪੇਰੇ ਉਹਦੀ ਹੀ ਪ੍ਰਧਾਨਤਾ ਆ, ਉਹੀ ਸਰਵੋਪਰੀ ਹੋ ਗਿਆ। ਸੋ ਉੱਥੇ ਅੰਜਨ ਕਾਲਖ ਫੈਲ ਰਹੀ ਹੈ, ਨਿਰੰਜਨ ਨਹੀਂ। ਨਾਮਦੇਵ ਜਿਹੜਾ ਆ ਉਹ ਨਿਰੰਜਨ ਹੈ। ਇੱਕ ਐਸਾ ਸਕੂਲ ਆਫ ਥਾਟ, ਇੱਕ ਐਸੀ ਆਈਡੀਓਲੋਜੀ ਜਿਹੜੀ ਬੰਦੇ ਦੀ ਸੁਰਤ 'ਚ ਇਸ ਤਰੀਕੇ ਨਾਲ ਕੰਮ ਕਰੇ, ਅਸ਼ੁਭ ਵਿੱਚੋਂ ਸ਼ੁਭ ਵੇਖੇ, ਬੁਰਾਈ 'ਚੋਂ ਚੰਗਿਆਈ ਵੇਖੇ, ਚੰਗਿਆਂ ਦੀ ਸਾਂਝ ਕਰੇ, ਤਾਮੀਰੀਅਤ ਇਸ ਕਿਸਮ ਦੀ ਹੋਵੇ। ਜੀਵਨ ਤਾਂ ਖੁਸ਼ਨੁਮਾ ਅਹਿਸਾਸਾਂ ਦਾ ਹਾਣੀ ਹੁੰਦਾ ਆ, ਨਹੀਂ ਤੇ ਇਹ ਲਗਾਤਾਰ ਰਸਾਤਲ ਦੇ 'ਚ ਤੁਰਿਆ ਲਗਾ ਜਾਂਦਾ ਹੈ। ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ, ਐਸਾ ਨਾਮ ਨਿਰੰਜਨ ਦਿਓ, ਹਉ ਜਾਚਕ ਤੂੰ ਅਲਖ ਭਿਓ, ਵਿਦਾਊਟ ਐਨੀ ਡਾਊਟ। ਐਗਜ਼ਿਸਟੈਂਸ ਹੈ, ਉਹਦੀ ਹੀ ਮੌਜੂਦਗੀ ਕਰਕੇ ਅਸੀਂ ਮੌਜੂਦ ਹਾਂ, ਪਰ ਉਹ ਸਿੱਧੇ ਤੌਰ 'ਤੇ ਦਿਸਦੀ ਨਹੀਂ, ਅਲੱਖ ਆ, ਅਭਿਓ ਹੈ, ਕੋਈ ਭੇਤ ਵੀ ਨਹੀਂ ਪਾ ਸਕਦਾ। ਕੋਈ ਇਹ ਕਹੇ
ਵੀ ਰੱਬ ਕਿਵੇਂ ਦਾ ਆ, ਕਿੱਥੇ ਰਹਿੰਦਾ ਆ, ਕਿਸ ਤਰੀਕੇ ਨਾਲ ਕਿਵੇਂ ਐਕਸਪਲੇਨ ਕਰਾਂਗੇ। ਦਲੀਲਾਂ ਤੇ ਮੁੱਕ ਜਾਂਦੀਆਂ ਨੇ। ਜਿੰਨਾ ਮਰਜ਼ੀ ਅਸੀਂ ਰੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕਰੀਏ, ਆਖਿਰਕਾਰ ਰੈਸ਼ਨਲ ਮਾਈਂਡ ਛੋਟਾ ਰਹਿ ਜਾਂਦਾ ਆ। ਪਰ ਬਾਬਾ ਜੀ ਕਹਿੰਦੇ ਉਸੇ ਅਦ੍ਰਿਸ਼ ਦੇ, ਉਸੇ ਅਲੱਖ ਦੇ, ਉਸੇ ਅਭਿਓ ਦੇ ਸਾਹਮਣੇ ਮੈਂ ਅਰਦਾਸ ਕਰ ਰਿਹਾ। ਹੁਣ ਇਹ ਕੋਈ ਮੂਰਤੀ ਬਣਾ ਕੇ ਅਰਦਾਸ ਨਹੀਂ ਹੈ, ਕੋਈ ਰੱਬ ਦੇ ਖਾਸ ਤਸੱਵੁਰ ਦੀ ਅਰਦਾਸ ਨਹੀਂ ਹੈ। ਇਹ ਤੇ ਅਰਦਾਸ ਆਪਣੇ ਆਪ ਨਾਲ ਇੱਕ ਅਹਿਦ ਹੈ, ਕਮਿਟਮੈਂਟ ਹੈ, ਇੱਕ ਵਿਸ਼ਵਾਸ ਹੈ। ਜਿਹਨੇ ਜੀਵਨ ਦਿੱਤਾ ਹੈ, ਜਿਹਦੇ ਕਰਕੇ ਜੀਵਨ ਚੱਲ ਰਿਹਾ ਹੈ, ਉਹ ਅੰਗ ਸੰਗ ਹੈ। ਬਸ ਉਹਦਾ ਅਹਿਸਾਸ ਕਰੀ ਸੁਰਤ ਤੇ ਉਹਦੇ ਚੱਲੀ ਚੱਲੀ। ਇਹ ਹਾਇਰ ਲੈਵਲ ਦੀ ਬਾਤ ਆ। ਅਜੇ ਵੀ ਜੇ ਵਰਲਡ ਵਾਈਡ ਦੇਖੀਏ ਵੱਡੇ ਲੈਵਲ ਤੇ ਸਪਿਰਿਚੁਅਲਿਟੀ ਦਾ ਇਹ ਜਿਹੜਾ ਖਾਸ ਕਰਕੇ ਮਾਡਲ ਕਹਿਦੇ ਆ ਜਾਂ ਸਪਿਰਿਚੁਅਲਿਟੀ ਦਾ ਇਹ ਜਿਹੜਾ ਲੈਵਲ ਆ, ਇਹ ਲੇਅਰ ਆ, ਅਜੇ ਤੱਕ ਵੀ ਲੋਕਾਂ ਦੀ ਰੀਚ ਤੋਂ ਬੜੀ ਦੂਰ ਆ। ਕਿਉਂਕਿ ਇੱਕ ਤਾਂ ਇਹ ਹੈ ਕਿ ਗੁਰਬਾਣੀ ਵਰਗਾ ਮੈਸੇਜ ਜਿਹੜਾ ਆ ਇਹ ਇਸ ਲੈਵਲ 'ਤੇ ਐਲੈਬੋਰੇਟ ਨਹੀਂ ਕਰ ਪਾਏ, ਜਾਂ ਉਸ ਲੈਵਲ 'ਤੇ ਨੂੰ ਲੋਕਾਂ ਤੱਕ ਪਹੁੰਚਾ ਨਹੀਂ ਪਾਏ, ਉਹਨਾਂ ਦੀ ਐਕਸਪੋਜ਼ਰ ਨਹੀਂ ਹੋਇਆ ਉਸ ਲੈਵਲ ਦਾ। ਦੂਸਰਾ ਜੋ ਸਾਨੂੰ ਮਿਲਿਆ, ਅਸੀਂ ਉਸ ਨੂੰ ਉਸ ਤਰੀਕੇ ਨਾਲ ਪਰਸੀਵ ਤੇ ਪ੍ਰੋਸੈਸ ਨਹੀਂ ਕੀਤਾ। ਸੋ ਦੋਨਾਂ ਰੂਪਾਂ ਦੇ ਵਿੱਚ ਇਹ ਅਹਿਸਾਸ ਹੀ ਨਹੀਂ ਕਿ ਇਹ ਮੈਸੇਜ ਕੀ ਕਹਿ ਰਿਹਾ ਆ। ਅੱਜ ਵੀ ਲੋਕੀ ਕੋਈ ਸਪੈਸ਼ਲ ਜਗ੍ਹਾ ਲੱਭਦੇ ਨੇ, ਕੋਈ ਸਪੈਸ਼ਲ ਮੂਰਤੀ ਲੱਭਦੇ ਨੇ, ਫਿਰ ਜਾ ਕੇ ਪ੍ਰੇਅਰ ਕਰਦੇ ਨੇ। ਇਹ ਪ੍ਰੇਅਰ ਅਲੱਖ ਅਭਿਓ ਅੱਗੇ ਆ, ਇਹ ਉਹਦੀ ਯਾਚਨਾ ਆ ਜਿਹੜਾ ਜ਼ਰਰੇ ਜ਼ਰਰੇ 'ਚ ਮੌਜੂਦ ਆ, ਓਂਕਾਰ ਜਿਹਨੂੰ ਕਿਹਾ ਗਿਆ ਆ। ਇਹ ਰਹਾਓ ਦਾ ਬੰਦ ਹੈ। ਹੁਣ ਇਹਦੀ ਜਿਹੜੀ ਅਗਲੀ ਵਿਆਖਿਆ ਦੇਖੋਗੇ ਆਪ, ਸੋਹਿਲਾ ਸਾਹਿਬ ਦੀ ਬਾਣੀ ਨਾਲ ਬਹੁਤਾਇਤ ਵਾਕਿਫ ਹੋਵੋਗੇ। ਉਹਦੇ 'ਚ ਗੁਰੂ ਨਾਨਕ ਸਾਹਿਬ ਦਾ ਆਰਤੀ ਵਾਲਾ ਸ਼ਬਦ ਜਿਹੜਾ ਹੈ, ਹਾਲਾਂਕਿ ਆਰਤੀ ਦੇ ਸਰਨਾਮੇ ਹੇਠ ਵੀ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਆ, ਉਸ ਨੂੰ ਪੜ੍ਹੋ ਤੇ ਆਪ ਬੜੇ ਹੈਰਾਨ ਹੋਵੋਗੇ। ਇਸ ਨੂੰ ਮੈਂ ਕਹਾਂ ਕਿ ਤੁਸੀਂ ਬੜੇ ਵਿਸਮਾਦਿਤ ਹੋਵੋਗੇ, ਅਮੇਜ਼ਡ ਹੋ ਜਾਓਗੇ ਜਦੋਂ ਇਹ ਦੇਖੋਗੇ ਬਾਬਾ ਜੀ ਕਹਿ ਕੀ ਰਹੇ ਨੇ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਸਹਿਸ ਕਹਿੰਦੇ ਨੇ ਹਜ਼ਾਰਾਂ, ਵੈਸੇ ਮਾਇਨਾ ਇਹਦਾ ਬਣਦਾ ਅਣਗਿਣਤ, ਅਨਕਾਊਂਟੇਬਲ। ਤੇਰੀਆਂ ਅੱਖਾਂ ਦੀ ਗਿਣਤੀ ਨਹੀਂ ਹੋ ਸਕਦੀ, ਤੇਰੀਆਂ ਸ਼ਕਲਾਂ ਦੀ ਗਿਣਤੀ ਨਹੀਂ ਹੋ ਸਕਦੀ, ਤੇਰੇ ਗਿਣੇ ਨਹੀਂ ਜਾ ਸਕਦੇ ਜਿੰਨਾ ਪਦ ਜਾਂ ਚਰਨਾਂ ਦੇ ਉੱਤੇ ਤੂੰ ਖੜ ਕੇ ਤੁਰਦਾ ਆ। ਕੀ ਗਿਣਤੀ ਕਰਾਂਗੇ ਤੇਰੀ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਏਵ ਚਲਤ ਮੋਹੀ। ਇਸ ਸਾਰੇ ਨੂੰ ਦੇਖ ਕੇ ਮੈਂ ਤੇ ਮੋਹਿਆ ਗਿਆ ਵੀ ਕਿਆ ਤੇਰੀ ਵਿਸ਼ਾਲਤਾ ਆ। ਤੂੰ ਇੱਕ ਹੀ ਕਿੰਨੇ ਡਾਈਵਰਸ ਲੈਵਲ ਤੇ ਚਾਰ ਚੁਫੇਰੇ ਪਸਰ ਰਿਹਾ ਹੈ। ਸੋ ਇਹ ਬਾਤ ਇਸ ਰੂਪ ਵਿੱਚ ਆਈ। ਇਸ ਨੂੰ ਜੇ ਕੋਈ ਬੰਦਾ ਸੁਰਤ ਦੇ ਇਸ ਲੈਵਲ ਦਾ ਅਹਿਸਾਸ ਨਾ ਰੱਖੇ ਤਾਂ ਲੱਗੇਗਾ ਕਿਆ ਗੁਰੂ ਸਾਹਿਬ ਬਾਤ ਕਰ ਰਹੇ ਨੇ। ਇੱਥੇ ਬਚਨ ਆਇਆ, ਅੱਜ ਸ਼ਬਦ ਹੈ, ਅੱਜ ਵਾਲਾ ਸ਼ਬਦ ਹੈ, ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਨ। ਉਹ ਆਪ ਹੀ ਸ਼ਬਦ ਹੈ, ਆਪ ਹੀ ਨਿਸ਼ਾਨ ਹੈ। ਨਿਸ਼ਾਨ ਸਿੱਧੇ ਅਰਥ ਜਿਹੜੇ ਪੰਜਾਬੀ 'ਚ ਇਹਦੇ ਬਣਦੇ ਨੇ, ਉਹ ਬਣਦੇ ਨੇ ਰਾਹਦਾਰੀ। ਐਕਚੁਅਲ ਲੈਵਲ 'ਤੇ ਹੁੰਦਾ ਕੀ ਹੈ ਕਿ ਅੱਜ ਕੱਲ੍ਹ ਅਸੀਂ ਨੈਵੀਗੇਟਰਸ ਯੂਜ਼ ਕਰਦੇ ਹਾਂ, ਜਿਹੜੀ ਨੈਵੀਗੇਸ਼ਨ ਮਸ਼ੀਨਸ ਨੇ ਸਾਡੇ ਕੋਲ, GPS ਵਗੈਰਾ। ਇਹਨਾਂ ਨੂੰ ਆਪ ਦੇਖੋਗੇ ਉਹਦੇ 'ਚ ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਤਾਂ ਹੁੰਦਾ ਹੈ ਕਿ ਉਹ ਖਾਸ ਹਾਈਲਾਈਟ ਕਰਦਾ ਕੁਛ ਸੜਕਾਂ ਨੂੰ, ਰੋਡਸ ਨੂੰ ਇਸ ਰੂਪ ਦੇ ਵਿੱਚ। ਦੂਸਰਾ ਉਹਦੀ ਕਮੈਂਟਰੀ ਕਰਦਾ ਹੈ। ਐਕਚੁਅਲੀ ਉਹ ਲੀਡ ਕਰਦਾ ਹੈ ਡਰਾਈਵਰ ਨੂੰ, ਐਸਕੌਟ ਕਰਦਾ ਹੈ, ਵੇਅਰ ਟੂ ਗੋ, ਵਟ ਇਜ਼ ਯੂਅਰ ਡਾਇਰੈਕਸ਼ਨ। ਸੋ ਜੇ ਡਰਾਈਵਰ ਕੋਲ ਉਹਦੀ ਸਪੋਰਟ ਹੋਏ, ਉਹਦੀ ਹੈਲਪ ਹੋਏ, ਡਰਾਈਵਰ ਆਪਣੇ ਮੰਜ਼ਿਲੇ ਮਕਸੂਦ ਤੇ ਬੇਫਿਕਰ ਹੋ ਕੇ ਪਹੁੰਚ ਸਕਦਾ ਹੈ। ਅਧਿਆਤਮੀ ਤਲ ਤੇ ਵੀ ਜੇ ਸਾਨੂੰ ਐਵੇਂ ਦੀ ਕੋਈ ਸਪੋਰਟ ਮਿਲ ਜਾਏ, ਅਸੀਂ ਆਰਾਮ ਨਾਲ ਪਹੁੰਚ ਸਕਦੇ ਹਾਂ। ਇੱਥੇ ਗੁਰੂ ਬਾਬਾ ਜੀ ਕਹਿੰਦੇ ਸਪੋਰਟ ਤੇ ਦੇ ਰਿਹਾ ਆ। ਕਿੱਥੇ ਦੇ ਰਿਹਾ? ਜਦੋਂ ਆਪੇ ਸ਼ਬਦ ਆਪੇ ਨਿਸ਼ਾਨ ਇਹ ਬਣ ਕੇ ਵਰਤਦਾ ਆ। ਹੁਣ ਆਪੇ ਸ਼ਬਦ ਆਪੇ ਨਿਸ਼ਾਨ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਹਦਾ ਆਪਣਾ ਹੁਕਮ ਹੈ। ਇਹੋ ਜਿਹੀ ਰਚਨਾ, ਇਹੋ ਜਿਹਾ ਖਿਆਲ ਜਿਹੜਾ ਆ, ਇਹਦੇ 'ਚ ਉਹ ਆਪ ਵਰਤ ਰਿਹਾ ਆ। ਇਨਡੀਡ ਇਹ ਮੈਸੇਜ ਹੈ ਇਹਦੇ 'ਚ। ਇਸ ਨੂੰ ਗੁਰੂ ਬਾਬਾ ਜੀ ਨੇ ਐਵੇਂ ਵੀ ਬਿਆਨ ਕੀਤਾ ਆ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ। ਹੇ ਗੁਰਸਿੱਖ ਪਿਆਰਿਓ, ਤੁਸੀਂ ਜੋ ਗੁਰੂ ਦੇ ਬਚਨ ਨੇ ਨਾ, ਇਹਨਾਂ ਨੂੰ ਬਸ ਸੱਚ ਕਰਕੇ ਮੰਨ ਲਓ। ਇਸ ਤਰ੍ਹਾਂ ਕਹਿ ਲਓ ਕਿ ਸਪੋਜ਼ ਤੁਸੀਂ GPS ਆ, ਉਹ
ਸੈਟੇਲਾਈਟ ਦੁਆਰਾ ਆਪਰੇਟ ਕੀਤਾ ਜਾਂਦਾ ਮੋਸਟਲੀ ਉਸ ਰੂਪ ਦੇ ਵਿੱਚ। ਹੁਣ ਉਹਦੇ ਕੋਲ ਵਿਜ਼ਨ ਜ਼ਿਆਦਾ ਆ। ਤੁਸੀਂ ਕਿਸੇ ਰੋਡ 'ਤੇ ਜਾ ਰਹੇ ਹੋ, ਤੁਹਾਨੂੰ ਲੱਗਦਾ ਕਿ ਅੱਛਾ ਮੈਂ ਤਾਂ ਵਾਕਫ ਹਾਂ, ਮੈਂ ਤਾਂ ਇੱਧਰ ਦੀ ਲੰਘ ਜਾਵਾਂਗਾ ਇਸ ਤਰੀਕੇ ਨਾਲ। ਉਹ ਕਹਿ ਰਹੇ ਨਹੀਂ ਨਹੀਂ ਨਹੀਂ, ਇਹ ਪ੍ਰੈਫਰੇਬਲ ਰੋਡ ਨਹੀਂ ਹੈਗਾ, ਆਹ ਰੋਡ ਮੈਂ ਤੈਨੂੰ ਪ੍ਰੈਫਰ ਕਰਾਂਗਾ। ਬੰਦੇ ਨੂੰ ਲੱਗੇ ਨਹੀਂ ਨਹੀਂ ਐਵੇਂ ਨਹੀਂ ਹੋ ਸਕਦਾ। ਜਿਹਨੂੰ ਭਾਈ ਗੁਰਦਾਸ ਜੀ ਬਿਆਨ ਕਰਦੇ ਕਿ ਕਈ ਵਾਰੀ ਬੰਦਾ ਇਸ ਤਰ੍ਹਾਂ ਵੀ ਕਰਦਾ ਹੈ ਕਿ ਜਿਹੜਾ ਰਾਹ ਉਹਨੂੰ ਦੱਸਿਆ ਜਾਂਦਾ ਹੈ ਉਸ ਰਾਹ ਨੂੰ ਛੱਡ ਕੇ ਕੁਝ ਆਪਣੇ ਮੂਰਖਤਾਪਨ ਕਰਕੇ ਦੂਜਾ ਰਾਹ ਫੜਨ ਦੀ ਟਰਾਈ ਕਰਦਾ ਹੈ। ਉਹ ਕਹਿੰਦੇ ਕਿ ਬੇੜੇ ਵਿੱਚ ਬਹਾਲੀ ਹੈ। ਕਿਸੇ ਨੇ ਦੂਰ ਜਾਣਾ, ਕਿਸੇ ਬੇੜੀ 'ਚ ਬਿਠਾ ਤਾ ਵੀ ਲੈ ਫੜ, ਤੈਨੂੰ ਆ ਬੜਾ ਵੱਡਾ ਸਮੁੰਦਰ ਹੈ, ਰਿਵਰ ਹੈ, ਤੂੰ ਪਾਰ ਕਰਨਾ, ਇਹਦੇ 'ਚ ਫੇਰੀ 'ਚ ਬੈਠ ਜਾ, ਤੈਨੂੰ ਪਾਰ ਕਰ ਦਿਆਂਗੇ। ਉਹ ਕਹਿੰਦੇ ਨਹੀਂ ਨਹੀਂ ਨਹੀਂ, ਐਕਚੁਅਲੀ ਜਿਹੜੀ ਫੇਰੀ ਹੈ ਨਾ ਇਹ ਤਾਂ ਇੱਧਰ ਦੀ ਹੋ ਕੇ ਬੜਾ ਜਾ ਰਹੀ ਹੈ, ਕਿਉਂਕਿ ਉਹਨੂੰ ਪਤਾ ਰਸਤੇ 'ਚ ਛੋਟੇ ਛੋਟੇ ਆਈਲੈਂਡ ਨੇ, ਥੋੜ੍ਹੇ ਕੁਝ ਹੈਗਾ, ਕੁਝ ਜਿਹੜਾ ਹੈਗਾ ਪੱਥਰ ਨੇ, ਬੇੜੀ ਕਿਤੇ ਲੱਗ ਕੇ ਉਹਦਾ ਨੁਕਸਾਨ ਹੋ ਸਕਦਾ। ਉਹ ਫਿਰ ਆਪਣੇ ਤਰੀਕੇ ਨਾਲ ਉਹ ਕੋਈ ਨੈਵੀਗੇਸ਼ਨ ਦੇ ਅਕੋਰਡਿੰਗਲੀ ਉਸ ਤਰੀਕੇ ਨਾਲ ਰੋਡ ਲੈਂਦਾ। ਅਤੇ ਬੰਦਾ ਕਹਿੰਦਾ ਬਹੁਤ ਟਾਈਮ ਲਾਏਗਾ, ਅਤੇ ਮੈਂ ਤਾਂ ਤਰ ਕੇ ਲੰਘ ਜਾਣਾ। ਉਹ ਕੁੱਦ ਪਵਾ ਵਿੱਚ ਵਹਿਣ ਤਿਗਾਣੇ, ਉਹ ਆਪ ਵਗਦੇ ਹੋਏ ਵਹਿਣ ਦੇ ਵਿੱਚ ਜਾ ਡੁੱਬੇ। ਵਹਿਣ ਹੋ ਸਕਦਾ ਬਹੁਤ ਫਾਸਟ ਹੋਏ, ਵਿੱਚ ਡੁੱਬ ਕੇ ਮਰ ਜੇ। ਬਹੁਤਾਇਤ ਸਾਡੀ ਜਿਹੜੀ ਜੀਵਨ ਜਾਚ ਹੈ, ਜਿਹੜੀ ਵੇ ਆਫ ਲਾਈਫ ਹੈ, ਜਿਹੜੀ ਅਸੀਂ ਆਪਣੇ ਆਪ ਆਪਣੇ ਕਲੈਵਰ ਮਾਈਂਡ ਦੇ ਇਨਫਲੂਐਂਸ ਵਿੱਚ ਆ ਕੇ ਜਾਂ ਆਲੇ ਦੁਆਲੇ ਦੇ ਕਿਸੇ ਇਨਫਲੂਐਂਸ 'ਚ ਆ ਕੇ ਉਹਨੂੰ ਅਡੋਪਟ ਕਰਦੇ ਹਾਂ, ਉਹ ਸਾਨੂੰ ਲੈ ਡੁੱਬਦੀ ਹੈ। ਅਤੇ ਬੰਦੇ ਨੂੰ ਹੌਲੀ ਹੌਲੀ ਕਰਕੇ ਪਤਾ ਵੀ ਲੱਗਦਾ ਵੀ ਆਮ ਐਕਚੁਅਲੀ ਸਿੰਕਿੰਗ ਇਨ ਦੈਟ ਸਾਈਡ ਵਿਚ ਆਈ ਹੈਵ ਚੂਜ਼ਨ ਅਰਲੀਅਰ, ਬਟ ਸਮਹਾਓ ਹੁਣ ਬੰਦੇ ਨੂੰ ਕੋਈ ਵੀ ਨਿਕਲਣ ਦੀ ਜਾਂਚ ਵੀ ਨਹੀਂ ਆਉਂਦੀ। ਗੁਰੂ ਬਾਬਾ ਜੀ ਕਹਿੰਦੇ ਉਹ ਕਿਉਂ ਨਹੀਂ ਫਟਦਾ ਜਿਹੜੀ ਉਹ ਨਿਸ਼ਾਨ ਪਾ ਰਿਹਾ, ਜਿਹਦੇ 'ਚ ਉਹ ਤੈਨੂੰ ਨੈਵੀਗੇਟ ਕਰਕੇ ਦੱਸ ਰਿਹਾ ਹੈਗਾ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਣ। ਫਿਰ ਕਈ ਵਾਰੀ ਬੰਦਾ ਇਹ ਵੀ ਸੋਚਦਾ ਆ ਕਿ ਅੱਛਾ ਜੇ ਰੱਬ ਨੇ ਸਾਨੂੰ ਰਾਹ ਹੀ ਵਿਖਾਉਣਾ ਆ ਤੇ ਵਿਖਾ ਦੇਗਾ ਉਹ। ਹਾਂ, ਮੈਂ ਤਾਂ ਕਈ ਵਾਰੀ ਬੜੀ ਸਿੰਪਲ ਜਿਹੀ ਬੇਨਤੀ ਕਰਦਾ ਕਿ ਵਰਿਆਂ ਦੇ ਵਰੇ ਹੋ ਗਏ ਮੈਨੂੰ ਕਾਉਂਸਲਿੰਗ 'ਚ ਕੰਮ ਕਰਦੇ ਹਾਂ, ਐਡਿਕਸ਼ਨ ਸਾਈਡ 'ਤੇ ਖਾਸ ਕਰਕੇ ਮੈਂਟਲ ਹੈਲਥ ਦੇ ਅੰਦਰ। ਅਤੇ ਕਈ ਵਾਰੀ ਫੈਮਿਲੀ ਕਹਿੰਦੀ ਹੈ ਬੰਦੇ ਨੂੰ ਪ੍ਰੋਬਲਮ ਹੈ, ਤੁਸੀਂ ਸਪੋਰਟ ਕਰੋ ਇਹਦੀ। ਅਤੇ ਬੰਦੇ ਨੂੰ ਪੁੱਛੋ, ਬੰਦਾ ਕਹਿੰਦਾ ਨੋ ਆਈ ਡੋਂਟ ਹੈਵ ਐਨੀ ਇਸ਼ੂ, ਦੇ ਹੈਵ ਇਸ਼ੂ, ਯੂ ਸ਼ੁੱਡ ਪ੍ਰੋਵਾਈਡ ਕਾਉਂਸਲਿੰਗ ਟੂ ਦੈਮ, ਯੂ ਨੋ ਆਮ ਓਕੇ, ਮੈਂ ਠੀਕ ਹਾਂ, ਬਿਲਕੁਲ ਠੀਕ ਹੈ ਜੀ। ਅੱਛਾ ਤੂੰ ਠੀਕ ਹੈ, ਫਿਰ ਇਹ ਐਵੇਂ ਕਹਿ ਰਹੇ ਆ, ਆਪਾਂ ਕੋਈ ਬ੍ਰਿਜ ਲੱਭੀ, ਆਪਾਂ ਇਹਨਾਂ ਦੀ ਮਦਦ ਕਰੀਏ ਤਾਂ ਕਿ ਤੈਨੂੰ ਐਵੇਂ ਨਾ ਕਹਿਣ। ਫਿਰ ਉਹਨੂੰ ਲੱਗਦਾ ਮੈਂ ਫਸ ਗਿਆ, ਹੁਣ ਤਾਂ ਗੱਲ ਕਰਨੀ ਪਏਗੀ, ਹੁਣ ਤਾਂ ਮੇਰੇ ਪਾਲੇ 'ਚ ਗੇਂਦ ਪਾ ਦਿੱਤੀ, ਮੈਨੂੰ ਤਾਂ ਖੇਡਣਾ ਪਏਗਾ ਹੁਣ ਇਸ ਤਰੀਕੇ ਨਾਲ। ਅਤੇ ਫਿਰ ਉਹ ਕਈ ਵਾਰ ਬਹੁਤ ਬੰਦਾ, ਕਿਉਂਕਿ ਤਾਰਕਿਕ ਦਿਮਾਗ 'ਤੇ ਘੱਟ ਥੋੜ੍ਹਾ, ਤਰਕ 'ਤੇ ਗੱਲਾਂ ਤਾਂ ਬਹੁਤ ਆਉਂਦੀਆਂ। ਬੰਦਾ ਕਹਿੰਦਾ ਅੱਛਾ ਸਭ ਕੁਝ ਰੱਬ ਹੀ ਕਰਾਉਣ ਵਾਲਾ, ਹਾਂ ਭਾਈ ਬਾਣੀ 'ਤੇ ਹੀ ਕਹਿੰਦੀ ਹੈ, ਫਿਰ ਠੀਕ ਹੈ ਜਦੋਂ ਉਹਦੀ ਮਰਜ਼ੀ ਹੋਏਗੀ ਤਾਂ ਫਿਰ ਮੈਨੂੰ ਕਰ ਲਏਗਾ ਉਸ ਤਰੀਕੇ ਨਾਲ। ਅੱਛਾ ਠੀਕ ਹੈ, ਤੁਸੀਂ ਪੂਰੇ ਰੱਬ ਦੀ ਮਰਜ਼ੀ 'ਚ, ਬਿਲਕੁਲ ਮੈਂ ਤਾਂ ਵਿਸ਼ਵਾਸ ਕਰਦਾ ਰੱਬ 'ਤੇ, ਉਹਦੀ ਮਰਜ਼ੀ ਨਹੀਂ ਹੈਗੀ ਤਾਂ ਨਹੀਂ ਹੋਣਾ, ਠੀਕ ਗੱਲ ਹੈ। ਸਪੋਜ਼ ਇੱਕ ਸਿਨੈਰੀਓ ਤੁਹਾਡੇ ਨਾਲ ਡਿਸਕਸ ਕਰ ਸਕਦਾ। ਦੱਸੋ ਤੁਸੀਂ ਘਰੋਂ ਨਿਕਲੇ ਹੋ ਅਤੇ ਸਪੋਜ਼ ਕਰੋ ਐਸਾ ਕਦੀ ਨਾ ਹੋਏ, ਵਾਹਿਗੁਰੂ ਕਰੇ, ਤੁਸੀਂ ਠੀਕ ਠਾਕ ਜਾਓ, ਠੀਕ ਠਾਕ ਵਾਪਸ ਆਓ, ਸਭ ਕੁਛ, ਪਰ ਸਮਹਾਓ ਤੁਸੀਂ 401 ਦੇ ਉੱਤੇ ਗੱਡੀ ਪਾਈ, ਅਜੇ ਥੋੜ੍ਹੀ ਦੂਰ ਹੀ ਗਏ ਅਤੇ ਟਾਇਰ ਫਲੈਟ ਹੋ ਗਿਆ। ਤੁਸੀਂ CA ਦੀ ਮੈਂਬਰਸ਼ਿਪ ਰੱਖਦੇ ਹੋ, ਤੁਹਾਡੇ ਜੇਬ ਦੇ CA ਦੀ ਮੈਂਬਰਸ਼ਿਪ ਹੈਗੀ, ਕੋਈ ਐਸੀ ਪ੍ਰੋਬਲਮ ਨਹੀਂ ਹੈਗੀ। ਤੁਸੀਂ ਗੱਡੀ ਸਾਈਡ 'ਤੇ ਲਗਾਈ ਅਤੇ ਤੁਸੀਂ ਹੁਣ ਕੀ ਕਰੋਗੇ? ਉਹ ਕਹਿੰਦਾ ਮੈਂ ਕਾਲ ਕਰਾਂਗਾ CA, ਰਾਈਟ, ਇਹ ਮੈਂਬਰਸ਼ਿਪ ਹੈਗੀ ਹੈ ਤਾਂ ਨਾ ਵਿਲ ਅਵੇਲ ਦੈਟ ਫੈਸਿਲਿਟੀ ਬਿਕੋਜ਼ ਆਈ ਐਮ ਪੇਇੰਗ ਆਲਰੇਡੀ ਸਮ ਸੋਰਟ ਆਫ ਫੀਸ ਟੂ ਗੈਟ ਦੀ ਸਰਵਿਸ। ਪਰ ਮੈਂ ਕਿਹਾ ਉੱਥੇ ਵੇਟ ਕਰ ਲਓ, ਕਰਨ ਕਰਾਉਣ ਵਾਲਾ ਰੱਬ ਹੀ ਹੈ। ਆਪਣੇ ਆਪ ਜੇ ਉਹਨੇ ਚਾਹਿਆ ਤਾਂ ਭੇਜ ਹੀ ਦੇਗਾ, ਆ ਹੀ ਜਾਏਗਾ ਕੋਈ ਨਾ ਕੋਈ ਸਪੋਰਟ ਕਰਨ ਵਾਸਤੇ, ਕਿ ਨਹੀਂ? ਜ਼ਰੂਰੀ ਤਾਂ ਨਹੀਂ ਹੈਗਾ ਵੀ ਤੁਸੀਂ ਕਾਲ ਹੀ ਕਰਨੀ ਹੈ। ਨਹੀਂ ਹੱਦ ਹੋ ਗਈ, ਕਾਲ ਤਾਂ ਕਰਨੀ ਪੈਗੀ ਨਾ ਐਟਲੀਸਟ ਜੇ ਸਪੋਰਟ ਲੈਣੀ ਹੈ। ਅੱਛਾ ਇਹ ਮੰਨਦੇ ਹੋ? ਹਾਂ, ਉੱਥੇ ਤਰਕ ਕੰਮ ਕਰਦਾ, ਦਲੀਲ ਕੰਮ ਕਰਦੀ ਹੈ। ਕਰਨ ਕਰਾਉਣ ਵਾਲਾ ਤਾਂ ਆਪੇ ਆਪ ਹੀ ਆਓ। ਪਰ ਹੁਣ ਸਪੋਜ਼ ਕਰੋ ਜੇ ਡੀਪ ਲੈਵਲ 'ਤੇ ਬਾਤ ਕੀਤੀ ਜਾਏ ਤਾਂ ਜੇ ਕੁਝ ਇਹੋ ਜਿਹੇ ਸਰਕਮਸਟਾਂਸਿਸ ਬਣੇ ਨੇ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਬੈਠਾ ਹੋਇਆ ਇੱਥੇ, ਕੁਝ ਮਰਜ਼ੀ ਹੈ ਉਹਦੀ ਤਾਂ ਹੀ ਬਣ ਰਹੀ ਹੈ ਬਾਤ। ਹੁਣ ਤੇ ਬਣੇ ਹੋਏ ਸਰਕਮਸਟਾਂਸਿਸ ਨੂੰ ਅਵੇਲ ਹੀ ਕਰਨਾ, ਤੁਸੀਂ ਕਰੋ ਇਹਨੂੰ, ਦਿਸ ਇਜ਼ ਦ ਟਾਈਮ, ਗੈਟ ਸਮ ਬੈਨੀਫਿਟ ਫਰੋਮ ਇਟ। ਫਿਰ ਬੰਦੇ ਨੂੰ ਅਹਿਸਾਸ ਲੱਗਦਾ ਵੀ ਹਾਂ ਸ਼ਾਇਦ ਇਹ ਗੱਲ ਬਣ ਸਕਦੀ ਹੈ। ਇੱਥੇ ਬਾਬਾ ਜੀ ਬਿਆਨ ਕਰਦੇ
आपे सुरता आपे जान। जिन्हें सुरतियाब होना वो आप, वो भी आप ही आप है। पर जिहड़ा शख्स इस लैवल ते आवेगा भी करन कराउण वाला आपे आप ही है, तो उहदा ही दस्सिया राह है मेरे वास्ते, मैं हुन्ना कौन आ। फिर ते जाके जिहड़ियां मन मंडल दियां थोड़ियां बहुतियां चुस्त चलाकियां ते कूड़ प्रभावित जिहड़ा जीवन, जिवें पहले बेनती कीती कि या ते तुसी रूड़ी नूं ध्यान दे लो या फुੱਲਾਂ ਨੂੰ। ਜਦੋਂ थोड़ा फुੱਲਾਂ ਵੱਲ ध्यान ਜਾਂਦਾ है फिर ਉਹ ਥੱਲੇ ਮਿੱਟੀ ਤੋਂ ਸਭ ਚੀਜ਼ਾਂ ਦਿਸਣੀਆਂ ਬੰਦ ਹੋ ਜਾਂਦੀਆਂ ਨੇ। ਅਦਰਵਾਈਜ਼ ਖਾਮੀਆਂ ਕਮੀਆਂ ਹੀ ਗਿਣੀ ਜਾਂਦਾ ਬੰਦਾ, ਉਹਨਾਂ 'ਚ ਹੀ ਗਵਾਚਾ ਰਹਿੰਦਾ ਆ। ਤੇ ਸੁਰਤ ਉੱਚੀ ਕਿਵੇਂ ਹੋਏਗੀ? ਜੇ ਸੁਰਤ ਉੱਚੀ ਨਹੀਂ ਹੋਏਗੀ ਤੇ ਉੱਚੇ ਨੂੰ ਜਿਹੜਾ ਬਹੁਤ ਉਚੇਰਾ ਆ ਉਹ ਕਿਵੇਂ ਦਿਸੇਗਾ? ਬਾਬਾ ਜੀ ਕਹਿੰਦੇ ਜਦੋਂ ਕਿਤੇ ਉਹ ਵਰਤਦਾ ਹੈ ਸ਼ਬਦ ਦੇ ਜ਼ਰੀਏ ਉਸ ਰੂਪ ਦੇ ਅੰਦਰ, ਫਿਰ ਆਪੇ ਸੁਰਤਾ ਆਪੇ ਜਾਣ ਤਾਂ ਅਹਿਸਾਸ ਆਉਂਦਾ ਹੈ, ਹਾਂ ਉਹੀ ਸੁਰਤਿਆਬ ਕਰਨ ਵਾਲਾ ਆ। ਤੇ ਉਹਦੇ ਉੱਤੇ ਇਤਨਾ ਭਰੋਸਾ ਆ ਜਾਂਦਾ, ਉਹ ਸਭ ਜਾਣਦਾ ਆ। ਫਿਰ ਮਾੜੀ ਮਾੜੀ ਗੱਲ ਦੇ ਉੱਤੇ ਸ਼ਿਕਾਇਤਾਂ ਸ਼ਿਕਵੇ, ਆਪਣੇ ਆਪ ਨਾਲ ਸ਼ਿਕਵੇ, ਬਾਹਰ ਸ਼ਿਕਵੇ, ਇਹ ਘਟ ਜਾਂਦੇ ਨੇ। ਮੋਸਟਲੀ ਜਿਹੜੀ ਸਾਡੀ ਮੈਡਨੈਸ ਆ ਉਹ ਇਹ ਹੈ ਕਿ ਨਾ ਆਪਣੇ ਆਪ ਤੋਂ ਖੁਸ਼ ਹਾਂ, ਨਾ ਆਲੇ ਦੁਆਲੇ ਤੋਂ ਖੁਸ਼ ਹਾਂ, ਬਸ ਝੋਰਾ ਹੀ ਹੰਢਾ ਰਹੇ ਹਾਂ, ਸੋਗ ਹੀ ਹੰਢਾ ਰਹੇ ਹਾਂ। ਤੇ ਇਸ ਸਾਰੇ ਦਾ ਨਤੀਜਾ ਵੀ ਇਹ ਹੈ, ਬੰਦਾ ਬਹੁਤ ਹੱਸਣ ਦੀ ਟਰਾਈ ਕਰ ਰਿਹਾ ਹੈ। ਅੱਜ ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਬਿਲਕੁਲ ਮੀਡੀਆ ਦੇ ਵਿੱਚ ਕਹਿ ਲਓ ਕਿ ਡੋਮੀਨੇਟ ਕਰਨ ਵਾਲਾ ਇੱਕ ਪੋਰਟਲ ਜਿਹੜਾ ਹੈਗਾ YouTube। ਤੁਸੀਂ ਦੇਖੋ ਜਿੰਨਾ ਜ਼ਿਆਦਾ ਉਹਦੇ ਉੱਤੇ ਕਾਮੇਡੀ ਰਿਲੇਟਿਡ, ਜਿਹਦੇ 'ਚ ਥੋੜ੍ਹਾ ਹਾਸਾ ਠੱਠਾ ਆ, ਉਹਨੂੰ ਲੋਕ ਉਸ ਨੂੰ ਜਿੰਨੀ ਅਟੈਂਸ਼ਨ ਮਿਲ ਰਹੀ ਕਿਸੇ ਹੋਰ ਜਿਹੜਾ ਹੈਗਾ ਉੱਥੇ ਕੰਟੈਂਟ ਨੂੰ ਨਹੀਂ ਮਿਲ ਰਹੀ। ਕਿਉਂਕਿ ਬੰਦਾ ਸੋਚਦਾ ਬਸ ਹਾ ਹੂ ਕਰ ਲਵਾਂ ਮੈਂ, ਥੋੜ੍ਹਾ ਇਹਦੇ ਵਿੱਚੋਂ ਮੈਂ ਖੁਸ਼ੀ ਲੱਭ ਲਵਾਂਗਾ, ਇਹ ਚੀਜ਼ ਹੈ। ਕਿਉਂਕਿ ਮੈਡ ਹੀ ਬਹੁਤ ਜ਼ਿਆਦਾ ਅੰਦਰ ਤੇ ਬਹੁਤ ਦੁਖੀ ਹੋਇਆ ਪਿਆ, ਤੇ ਇਹੀ ਸਭ ਪੀੜ ਹੰਢਾ ਰਿਹਾ। ਗੁਰੂ ਬਾਬਾ ਜੀ ਬਿਆਨ ਕਰਦੇ ਕਿ ਜਦੋਂ ਇਹ ਚੀਜ਼ ਹੋ ਗਈ, ਉਸ ਚੀਜ਼ ਤੋਂ ਪਕੜ ਤੋਂ, ਮੈਡਨੈਸ ਵਾਲੀ ਪਕੜ ਤੋਂ ਥੋੜ੍ਹਾ ਘਟਿਆ, ਫਿਰ ਅਹਿਸਾਸ ਖੁਸ਼ੀ ਵਾਲਾ ਇੱਕ ਹੋਰ ਲੈਵਲ 'ਤੇ ਆਇਆ। ਫਿਰ ਇੱਥੇ ਇਹ ਨਹੀਂ ਕਿ ਕਿਸੇ ਦੀ ਕੋਈ ਖਾਸ ਤਵਾਜ਼ਨ ਤੋਂ ਡਿੱਗੀ ਹੋਈ ਬਾਤ ਕਰਕੇ, ਜਿਹਨੂੰ ਚੁਟਕਲੇਬਾਜ਼ੀ ਕਹਿੰਦੇ ਹਾਂ ਅਸੀਂ, ਜਿਹਨੂੰ ਅਸੀਂ ਖਾਸ ਕਰਕੇ ਮਤਲਬ ਉਹ ਜਿਹੜੀ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਹਾਸਾ ਠੱਠਾ ਕਰਨ ਵਾਸਤੇ ਨਕਲਾਂ ਲਾਉਣੀਆਂ ਤੇ ਹੋਰ ਇਹੋ ਜਿਹੀਆਂ ਚੀਜ਼ਾਂ, ਇਹਨਾਂ ਦੇ ਮਗਰ ਨਹੀਂ ਭੱਜਣਾ। ਫਿਰ ਉਹ ਇੱਕ ਜ਼ਿੰਦਗੀ ਦੇ ਅਸਲ ਲੈਵਲ ਦੀ ਖੁਸ਼ੀ ਨੂੰ ਮਾਣਨ ਦਾ ਯਤਨ ਕਰਦਾ ਹੈ। ਫਿਰ ਉਹਨੂੰ ਇਹ ਸਭ ਚੀਜ਼ਾਂ ਜਿਹੜੀਆਂ ਨੇ ਮਜ਼ਮੇਕਾਰੀ ਜਿਹੜੀ ਹੈ ਇਹ ਬਹੁਤੀ ਅਪੀਲ ਨਹੀਂ ਕਰਦੀ। ਉਹਦੀ ਬਾਤ ਹੋ ਰਹੀ ਆਪੇ ਸੁਰਤਾ ਆਪੇ ਜਾਨ, ਆਪੇ ਕਰ ਕਰ ਵੇਖੈ ਤਾਣ। ਬਾਕੀ ਸੰਸਾਰ ਆ ਉਹਦਾ ਆਪਣਾ ਹੀ ਤਾਣ ਹੈ, ਉਹਦਾ ਆਪਣਾ ਹੀ ਜ਼ੋਰ ਹੈ। ਇਹਨੂੰ ਗੁਰੂ ਨਾਨਕ ਸਾਹਿਬ ਨੇ ਬਹੁਤ ਬੁਨਿਆਦੀ ਸਿੱਖਿਆ 'ਚ ਸਾਨੂੰ ਪਾਇਆ ਸੀਗਾ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਬੰਦੇ ਨੂੰ ਜਿਹੜੀ ਆਪਣੀ ਐਬਿਲਿਟੀ, ਆਪਣਾ ਤਾਣ, ਆਪਣੀ ਸਮਰੱਥਾ, ਉਹ ਬੜੀ ਪਿਓਰ, ਬੜੀ ਹਾਇਰ ਤੇ ਬੜੀ ਵਧੀਆ ਲੱਗਦੀ ਹੈ। ਦੂਜੇ ਸਾਰਿਆਂ ਨੂੰ ਛੋਟੇ ਲੱਗਦੇ ਨੇ, ਇਹਦੇ ਵਿੱਚੋਂ ਹੰਕਾਰ ਪੈਦਾ ਹੁੰਦਾ। ਪਰ ਜਿੱਥੇ ਪ੍ਰਗਟ ਹੋ ਜਾਏ ਵੀ ਨਹੀਂ ਤੇਰਾ ਤਾਣ ਘੱਟ ਹੈ, ਦੂਜੇ ਦਾ ਤਾਣ ਜ਼ਿਆਦਾ ਹੈ, ਤੇਰੇ 'ਚ ਇੰਨੀ ਐਬਿਲਿਟੀ ਨਹੀਂ ਜਿੰਨੇ ਦੂਜੇ 'ਚ ਐਬਿਲਿਟੀ ਹੈ, ਉੱਥੇ ਫਿਰ ਸਮਝ ਦਾ ਇੱਕ ਨੈਕਸਟ ਲੈਵਲ ਆਉਂਦਾ। ਉਹ ਕੀ ਕਹਿੰਦਾ? ਉਹ ਕਹਿੰਦਾ ਇਹਦੇ ਨਾਲ ਈਰਖਾ ਕਰ। ਪਹਿਲੇ ਲੈਵਲ ਤੇ ਹੰਕਾਰ ਕਰਦਾ, ਦੂਜੇ ਤੇ ਈਰਖਾ ਕਰਦਾ, ਸਮਝਦਾ ਦੋਨਾਂ ਲੈਵਲ ਤੇ ਨਹੀਂ ਹੈਗਾ। ਇਹ ਬੰਦੇ ਦੀ ਨਾਰਮਲ ਟੈਂਡੈਂਸੀ ਹੈਗੀ। ਜਦੋਂ ਅਧਿਆਤਮੀ ਤਲ ਤੇ ਕੁਝ ਸਮਝ ਆਉਂਦੀ, ਫਿਰ ਪਤਾ ਲੱਗਦਾ ਨਹੀਂ, ਕਰਨ ਕਰਾਉਣ ਵਾਲਾ ਤੇ ਆਪੇ ਆਪ ਹੈ। ਜੇ ਮੇਰੇ ਅੰਦਰ ਕੁਝ ਹੈ, ਫਿਰ ਹਲੀਮੀ ਦੇ ਰਾਹ ਤੇ ਤੁਰਾਂ, ਸ਼ੁਕਰ ਹੈ ਤੇਰਾ, ਮੇਰੇ ਵਰਗੀ ਮਿੱਟੀ ਪਤਾ ਨਹੀਂ ਕਿੰਨੀ ਤੁਰੀ ਫਿਰਦੀ ਹੈ। ਜੇ ਕਿਸੇ ਦੂਸਰੇ ਕੋਲ ਆ, ਫਿਰ ਉਹਨੂੰ ਵੇਖ ਕੇ ਕਹਾ ਮਾਲਕਾ ਕਮਾਲ ਹੈ, ਕੈਸੀ ਕੈਸੀ ਤੂੰ ਸੁਰਤ ਧਰਤੀ ਤੇ ਲਿਆਂਦੀ ਹੈ, ਕਿਆ ਐਬਿਲਿਟੀ ਹੈ ਨਾ, ਲੋਕਾਂ ਨੂੰ ਚੜ੍ਹਦੀ ਕਲਾ 'ਚ ਰੱਖੀ ਇਹਨੂੰ। ਆਹ ਰੂਪ ਆਉਂਦਾ ਆ, ਇੱਥੋਂ ਪ੍ਰੇਰ ਆਉਂਦੀ ਹੈ। ਇਹਦੇ ਵਿੱਚੋਂ ਫਿਰ ਬੰਦੇ ਨੂੰ ਖੁਸ਼ੀ ਦਾ ਅਹਿਸਾਸ ਆਉਂਦਾ ਆ। ਅਦਰਵਾਈਜ਼ ਨਾ ਤੇ ਜਿਹੜਾ ਦੁਆਖ ਆ, ਜੈਲਸ, ਇਹ ਐਨਵੀ ਕੰਪਲੈਕਸ ਲੈ ਕੇ ਆਉਂਦਾ ਸਾਡੇ ਅੰਦਰ। ਈਰਖਾ ਦਾ ਮੁੱਖ ਕਾਰਨ ਕੀ ਹੁੰਦਾ ਹੈ? ਕਿਉਂਕਿ ਇਨਫੀਰੀਅਰ ਫੀਲ ਕਰਨਾ ਬੜਾ ਹਾਰਡ ਆ। ਮੈਂ ਛੋਟਾ ਕਿਵੇਂ ਮਹਿਸੂਸ ਕਰਾਂ? ਤੇ ਜੇ ਮੈਂ ਵੱਡਾ ਮਹਿਸੂਸ ਕਰਦਾ ਹਾਂ, ਫਿਰ ਹੰਕਾਰ ਵਿੱਚ ਜਾ ਕੇ ਵੈਸੇ ਦੂਜਿਆਂ ਨੂੰ ਛੋਟਾ ਬਣਾਉਣਾ ਰਾਤ ਦਿਨ, ਫਿਰ ਉਹਨਾਂ ਨੂੰ ਨੀਵਾਂ ਵਿਖਾਉਣ ਦੀ ਟਰਾਈ ਕਰਦਾ। ਇਹਨੂੰ ਭਗਤ ਫਰੀਦ ਨੇ ਕਿਹਾ ਸੀ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ। ਕੀ ਟੋਏ ਟਿੱਬੇ ਪਾਈ ਫਿਰਦਾ ਆਪਣੇ ਅੰਦਰ? ਤੇ ਟੋਏ ਟਿੱਬਿਆਂ ਦਾ ਮਾਇਨਾ ਇਹ ਹੈ, ਆਪ ਟਿੱਬੇ ਤੇ ਖੜਾ ਹੋ ਜਾਣਾ, ਦੂਜਿਆਂ ਨੂੰ ਟੋਏ ਵਿੱਚ ਖੜਾ ਕਰਦਾ। ਤੇ ਕਈ ਵਾਰ ਸਿਚੁਏਸ਼ਨ ਐਸੀ ਬਣਦੀ ਹੈ ਕਿ ਸਾਹਮਣੇ ਵਾਲਾ ਤੈਨੂੰ ਟਿੱਬੇ 'ਚ ਰੱਖਣ ਦਾ, ਆਪ
ਆਪ ਜਿਹੜਾ ਹੈਗਾ ਤੈਨੂੰ ਟੋਏ 'ਚ ਪਾਉਣ ਦਾ ਆਪ ਟਿੱਬੇ 'ਤੇ ਖੜਾ ਹੋ ਜਾਂਦਾ ਉੱਚੀ ਜਗ੍ਹਾ 'ਤੇ, ਫਿਰ ਬੜਾ ਮਹਿਸੂਸ ਹੁੰਦਾ ਵੀ ਇਹ ਕਿਵੇਂ ਹੋ ਗਿਆ। ਇਹੋ ਜਿਹੀ ਹਾਲਤ ਜੀਵਨ ਦੀ ਚੱਲੀ ਜਾਂਦੀ, ਇਹੀ ਸਾਰੀ ਸਟਰਗਲ ਆ। ਇੱਥੇ ਬਾਬਾ ਜੀ ਕਹਿੰਦੇ ਆਪੇ ਕਰ ਕਰ ਵੇਖਿਆ ਤਾਣ, ਸਮਝ ਆ ਗਏ ਕੀ ਮੈਂ ਤੇ ਕੀ ਦੂਸਰਾ, ਜੀਵਨ ਦੇ ਚੰਗਿਆਈਆਂ ਗੁਣ ਇਹਦੀ ਮੇਰੀ ਸਾਂਝ ਆ। ਮੈਨੂੰ ਗੁਣ ਮਿਲੇ ਤਾਂ ਵੀ ਸ਼ੁਕਰ ਹੈ, ਕਿਸੇ ਹੋਰ ਕੋਲ ਗੁਣ ਹੋਏ ਤਾਂ ਵੀ ਦਾਤੇ ਦੀ ਸਤੁਤੀ ਵਿੱਚ ਜਾਵਾਂ। ਉਹਦੀ ਬਾਤ ਹੋਈ ਤੂੰ ਦਾਤਾ ਨਾਮ ਪ੍ਰਵਾਨ, ਤੇ ਤੂੰ ਦਾਤਾ ਉਹ ਹੈ ਜਿਹੜਾ ਨਾਮ ਪ੍ਰਵਾਨ। ਪ੍ਰਵਾਨ ਪੈਣ ਦਾ ਕਿਤੇ ਮਤਲਬ ਹੁੰਦਾ ਕਿ ਐਕਸੈਪਟੈਂਸ ਹੋਣੀ ਕਿਸੇ ਚੀਜ਼ ਦੀ। ਇੱਕ ਹੁੰਦਾ ਹੈ ਪਰਵਾਣਾ, ਚਿੱਠੀ, ਖਤ, ਸੁਨੇਹਾ। ਇਸ ਨੂੰ ਅਸੀਂ ਜਿਵੇਂ ਕਿਸੇ ਵਾਸਤੇ ਸਪੋਂਸਰਸ਼ਿਪ ਭੇਜਣੀ ਕਹਿੰਦੇ ਆ, ਕਿਸੇ ਵਾਸਤੇ ਰਾਹਦਾਰੀ ਦੀ ਜਿਵੇਂ ਪਹਿਲੀ ਬਾਤ ਚੱਲੀ ਸੀ, ਉਹ ਬਾਤ ਹੋ ਰਹੀ ਹੈ। ਤੂੰ ਦਾਤਾ ਆ ਤੇ ਤੂੰ ਦਾਤਾ ਰਾਹ ਵਿਖਾਉਣਾ ਸਾਰਿਆਂ ਨੂੰ, ਪ੍ਰਵਾਨ ਦੇ ਕੇ, ਖਤ ਦੇ ਕੇ, ਆਪਣੇ ਵੱਲੋਂ ਸੁਨੇਹਾ ਦੇ ਕੇ। ਹੁਣ ਉਹ ਸੁਨੇਹਾ ਬਾਣੀ ਇਹ ਕਹਿ ਰਹੀ ਹੈ ਦੁੱਖ ਵੀ ਸੁਨੇਹਾ ਹੈ, ਸੁੱਖ ਵੀ ਸੁਨੇਹਾ ਹੈ। ਜੋ ਕੁਝ ਵੀ ਆਲੇ ਦੁਆਲੇ ਵਾਪਰਦਾ ਹੈ, ਜਦੋਂ ਤੁਸੀਂ ਉਹਨੂੰ ਸਹੀ ਮਾਇਨੇ 'ਚ ਓਬਜ਼ਰਵ ਕਰਦੇ ਹੋ, ਤੁਹਾਡੇ ਜੀਵਨ ਦੀ ਉਸਾਰੀ ਸੰਭਵ ਹੈ। ਜਦੋਂ ਬੰਦਾ ਉਹਨੂੰ ਓਬਜ਼ਰਵ ਹੀ ਨਹੀਂ ਕਰਦਾ, ਫਿਰ ਭਾਈ ਉਸਾਰੀ ਸੰਭਵ ਨਹੀਂ ਹੋ ਸਕਦੀ। ਇਹਦੀ ਬਾਤ ਕੀਤੀ ਇਹਦੇ 'ਚ ਨਾਮ ਪ੍ਰਵਾਨ। ਨਾਮ ਤੈਨੂੰ ਇਨਲਾਈਟਡ ਕਰਦਾ। ਅੱਗੇ ਇਹਨੂੰ ਫਰਦਰ ਗੁਰੂ ਸਾਹਿਬ ਨੇ ਬਹੁਤ ਸੋਹਣਾ ਵਿਆਖਿਆ, ਜਿਹਦੀ ਬਾਤ ਆਉਂਦੇ 'ਚ ਕਰਦੇ ਹਾਂ ਅਸੀਂ। ਇੱਥੇ ਅਗਲਾ ਬਚਨ ਹੈ ਮਾਇਆ ਮੋਹ ਤ੍ਰਿਕਟੀ ਨਾਰ, ਭੂੰਡੀ ਕਾਮਣ ਕਾਮਣ ਯਾਰ। ਪਰ ਇਸ ਨਾਮ ਤੋਂ ਤੋੜਨ ਵਾਲੀ ਇੱਕ ਬਿਰਤੀ ਹੈ, ਉਹ ਹੈ ਮਾਇਆਵੀ ਬਿਰਤੀ, ਇਲੂਜ਼ਨ ਜਿਹੜੀ ਸਾਡੇ ਅੰਦਰ ਜਨਰੇਟ ਕਰਦੀ ਹੈ। ਉਸ ਨੂੰ ਮੈਟਾਫੋਰ ਦਿੱਤਾ ਗਿਆ ਮਾਇਆ ਮੋਹ ਤ੍ਰਿਕਟੀ ਨਾਰ। ਤ੍ਰਿਕਟੀ ਨਾਰ ਇਹ ਸਾਡੇ ਕਲਚਰ ਦੇ ਵਿੱਚੋਂ ਇੱਕ ਐਗਜ਼ਾਮਪਲ ਆਈ ਹੈ। ਇਹਦੇ ਜੇ ਐਂਥਰੋਪੋਲੋਜੀ ਸਾਈਡ ਤੋਂ ਮੈਂ ਬਾਤ ਕਰਾਂ ਤੇ ਉਹਦਾ ਗੁਰਮਤ ਦਾ ਜਿਹੜਾ ਸਕੂਲ ਆਫ ਥਾਟ ਹੈ ਬੜਾ ਕਲੀਅਰ ਹੈ। ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵੇ ਆਹੋ, ਭੰਡੋਂ ਹੋਵੈ ਦੋਸਤੀ, ਭੰਡੋਂ ਚੱਲੈ ਰਾਹ, ਭੰਡ ਮੁਆ ਭੰਡ ਪਾਲੀਐ, ਭੰਡ ਹੋਵੈ ਬੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਭਾਵ ਜਿਹਦੀ ਤੁਸੀਂ ਸਮਾਜ ਦੇ ਲੋਕ ਜਾਂ ਖਾਸ ਕਰਕੇ ਜਿਹੜਾ ਮੈਸਕੂਲਨ ਜੈਂਡਰ ਆ, ਜਿਹੜਾ ਫੈਮਿਨਨ ਜੈਂਡਰ ਨੂੰ ਹਮੇਸ਼ਾ ਅੰਡਰ ਐਸਟੀਮੇਟ ਕਰਦਾ, ਉਸ ਨੂੰ ਜਿਹੜਾ ਹੈਗਾ ਬਿਲਕੁਲ ਲੋਅਰ ਲੈਵਲ 'ਤੇ ਰੱਖਦਾ ਹੈ, ਉਸ ਨੂੰ ਕਿਹਾ ਤੂੰ ਕਿਉਂ ਭਤਸਨਾ ਕਰਦਾ ਆ, ਕਿਉਂਕਿ ਤੇਰੀ ਉਹਦੇ ਤੋਂ ਬਿਨਾਂ ਸੰਪੂਰਨਤਾ ਨਹੀਂ, ਉਹ ਸੁਸਾਇਟੀ ਦੇ ਵਿੱਚ ਬਰਾਬਰ ਹੈ, ਬਿਲਕੁਲ ਤੇਰੇ ਇਕੁਅਲ ਹੈ। ਉਹਦੀ ਬਾਤ ਹੋ ਰਹੀ ਹੈ। ਪਰ ਜਦੋਂ ਮਿਸਾਲਾਂ ਦਿੱਤੀਆਂ ਗੁਰੂ ਸਾਹਿਬ ਨੇ, ਉਹ ਭਾਵੇਂ ਮਨੁੱਖਾਂ ਦੇ ਰੂਪ ਦੇ ਵਿੱਚ ਮਰਦਾਂ ਦੀਆਂ ਕਮਜ਼ੋਰੀਆਂ ਨੇ, ਉਹਨਾਂ ਦੀ ਬਾਤ ਕੀਤੀ ਗਈ। ਉਹਨਾਂ ਨੂੰ ਜਿਹੜੀ ਉਹਨਾਂ ਦੀਆਂ ਆਪਣੀਆਂ ਜਿਹੜੇ ਬੈਡ ਡੀਡਸ ਉਹ ਕੈਰੀ ਕਰਦੇ ਨੇ, ਉਹਦੀ ਵੀ ਬਾਤ ਵੀ ਗੁਰੂ ਸਾਹਿਬ ਨੇ ਖੁੱਲ੍ਹ ਕੇ ਕੀਤੀ ਹੈ। ਉਹ ਵਾਸ਼ਨਾ ਦੇ ਲਹਿਜ਼ੇ ਦੇ ਨਾਲ, ਕ੍ਰੋਧ ਦੇ ਲਹਿਜ਼ੇ ਦੇ ਨਾਲ, ਹਰ ਰੂਪ ਦੇ ਵਿੱਚ ਜਿੱਥੇ ਫੈਮਿਨਨ ਜੈਂਡਰ ਦੇ ਤੌਰ 'ਤੇ ਸਮਾਜ ਦੇ ਵਿੱਚ ਕੁਝ ਕਮੀ ਆਉਂਦੀ ਹੈ, ਉਹਨੂੰ ਵੀ ਗੁਰੂ ਸਾਹਿਬ ਨੇ ਮੈਟਾਫੋਰ ਦੇ ਵਿੱਚ ਬਿਆਨ ਕੀਤਾ ਹੈ। ਇੱਥੇ ਬਚਨ ਆਇਆ ਹੈ ਮਾਇਆ ਮੋਹ ਤ੍ਰਿਕਟੀ ਨਾਰ। ਸਾਡੀ ਜਿਹੜੀ ਉਹ ਬਿਰਤੀ ਹੈ ਜਿਹੜੀ ਤ੍ਰਿਕਟੀ ਨਾਰ ਆ। ਤ੍ਰਿਕਟੀ ਨਾਰ ਸਮਾਜ ਨੇ ਇਸਤਰੀ ਦੇ ਬਾਬਤ ਕੁਝ ਕ੍ਰਾਈਟੀਰੀਆ ਸੈੱਟ ਕੀਤਾ, ਜੋ ਕਾਫੀ ਹੱਦ ਤੱਕ ਤੇ ਕਈ ਚੀਜ਼ਾਂ ਸਾਨੂੰ ਅਪਰਵਾਨਿਤ ਲੱਗਦਾ ਆ। ਪਰ ਇਹ ਸੱਚਾਈ ਹੈ, ਜਿੰਨਾ ਬੰਦਾ ਸਿਵਲ ਬਿਹੇਵ ਕਰੇਗਾ, ਜਿੰਨਾ ਬੰਦਾ ਆਲੇ ਦੁਆਲੇ ਦੇ ਵਿੱਚ ਕੁਝ ਮੈਨਰਸ ਨੂੰ ਫੋਲੋ ਕਰੇਗਾ, ਉਹਨੂੰ ਲੌਂਗ ਰਨ ਦੇ ਵਿੱਚ ਉਹਦਾ ਸੁੱਖ ਵੀ ਮਿਲੇਗਾ, ਉਹਦੀ ਰਿਸਪੈਕਟ ਵੀ ਮਿਲੇਗੀ। ਜਿੱਥੇ ਅਸੀਂ ਸੁਸਾਇਟੀ ਦੇ ਵਿੱਚ ਮੈਨਰਸ ਤੋੜਦੇ ਹਾਂ, ਆਪ ਸਿੱਧੇ ਤੌਰ 'ਤੇ ਦੇਖੋ ਸਮਾਜ ਵਿੱਚ ਪਤਾ ਲੱਗੇਗਾ, ਪਾਣ ਖਾਣ ਰਹਿਣ ਸਹਿਣ ਹਰ ਕਿਸੇ ਦਾ ਇੱਕ ਡਿਸਿਪਲਿਨ ਆ। ਤੋੜੋ ਉਸ ਡਿਸਿਪਲਿਨ ਨੂੰ। ਵਕਤੀ ਤੌਰ 'ਤੇ ਲੱਗੇਗਾ ਬੜੀ ਮਤਲਬ ਆਪਣੇ ਆਪ ਨੂੰ ਖੁਸ਼ੀ ਲੱਗੇ ਕਿ ਮੈਂ ਸ਼ਾਇਦ ਬੜੀ ਫਰੀਡਮ ਲੈ ਲਈ ਹੈ, ਸਭ ਚੀਜ਼ਾਂ ਲੈ ਲਈਆਂ ਨੇ। ਲੌਂਗ ਰਨ ਦੇ ਵਿੱਚ ਉਹਦੇ 'ਚੋਂ ਸਵਾਏ ਅੰਬੈਰਸਮੈਂਟ ਤੋਂ ਹੋਰ ਕੁਝ ਵੀ ਨਹੀਂਗਾ। ਅਤੇ ਇਹ ਸੁਸਾਇਟੀ ਦੇ ਹਰ ਹਿੱਸੇ 'ਚ ਹੀ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਪੱਛਮੀ ਸਮਾਜ 'ਚ ਬੈਠੇ ਹੋ ਅਤੇ ਇੱਥੇ ਕਈ ਵਾਰ ਲੋਕ ਸੋਚਦੇ ਨਹੀਂ ਇੱਥੇ ਪੂਰੀ ਫਰੀਡਮ ਹੈ, ਜੋ ਮਰਜ਼ੀ ਜਿਵੇਂ ਮਰਜ਼ੀ ਖਾਏ ਪਾਏ ਪੀਏ ਖਾਏ ਰਹੇ, ਇਹਦਾ ਕੋਈ ਅਸਰਾਰ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਤੁਸੀਂ ਸੁਸਾਇਟੀ ਡੀਪ ਲੈਵਲ 'ਤੇ ਜਾ ਕੇ ਦੇਖੋ, ਤੁਹਾਨੂੰ ਪਤਾ ਲੱਗੇਗਾ ਜਿਹੜੇ ਸਮਾਜ ਦੇ ਵਿੱਚ ਜਿਵੇਂ ਇੱਕ ਰੰਗ ਹੋਰ ਮੈਂ ਬਿਆਨ ਕਰਦੇ ਹਾਂ। ਬੀਤੇ ਕੱਲ੍ਹ ਹੀ ਮੇਰੀ ਬੱਚਿਆਂ ਨਾਲ ਇੰਟਰੈਕਸ਼ਨ ਹੋ ਰਹੀ ਸੀ। ਆਪ ਦੇਖੋਗੇ ਕਿ ਜਿਹੜਾ ਕੁਝ ਸਟੱਫ ਫੈਮਿਨਨ ਸਾਈਡ 'ਤੇ ਯੂਜ਼ ਕੀਤਾ ਜਾਂਦਾ ਆ, ਜਿਹਦੇ 'ਚ ਕਾਸਮੈਟਿਕ ਮੇਕਅਪ ਆਉਂਦਾ, ਹੋਰ ਸਭ ਚੀਜ਼ਾਂ ਆਉਂਦੀਆਂ ਨੇ। ਉਸ ਨੂੰ ਜੋ ਕੁਝ ਮੈਸਕੂਲਨ ਸਾਈਡ 'ਤੇ ਐਕਟਰਸ ਹੈਗੇ ਨੇ, ਉਹ
ਪ੍ਰਮੋਟ ਕਰ ਰਹੇ ਨੇ। ਉਹ 'ਚ 2-4 ਨਾਂ ਉਹਨਾਂ ਨੇ ਪ੍ਰੋਵਾਈਡ ਕੀਤੇ, ਆਹ ਵਾਲੇ ਨਾਂ ਨੇ ਇਸ ਤਰੀਕੇ ਦੇ ਨਾਲ। ਅਤੇ ਇਸ ਸਾਰੇ ਦੇ ਨਾਲ ਉਹ ਕਹਿੰਦੇ ਕਿ ਇੱਕ ਤਰ੍ਹਾਂ ਦੇ ਨਾਲ LGBTQ ਜਿਹੜੀ ਸੁਸਾਇਟੀ ਦਾ ਹਿੱਸਾ ਹੈ ਉਹਨੂੰ ਉਹ ਪ੍ਰਮੋਸ਼ਨ ਦੇ ਰਹੇ, ਇਹੋ ਜਿਹੀਆਂ ਗੱਲਾਂ ਹੋ ਰਹੀਆਂ ਸੀਗੀਆਂ। ਹੁਣ ਬਹੁਤ ਡੀਪ ਲੈਵਲ 'ਤੇ ਅੰਡਰਸਟੈਂਡ ਕਰੋ, ਇਹ ਜਿਹੜੀ ਸਾਡੀ ਸੁਸਾਇਟੀ ਹੈ ਇੱਕ ਇਕੋਨਮੀ ਦੇ ਮਾਡਲ ਦੇ ਵਿੱਚ ਸਾਰੀ ਉਤਰੀ ਹੋਈ ਹੈ। ਇਕੋਨਮੀ ਦੇ ਵਿੱਚ ਕੀ ਹੈ, ਤੁਸੀਂ ਕੋਈ ਰੋਜ਼ਮर्रा ਦੀ ਲੋੜ ਵਗੈਰਾ ਵਾਲੀ ਚੀਜ਼ ਖਰੀਦਣ ਵਾਸਤੇ ਜਾਂਦੇ ਹੋ, ਗਰੋਸਰੀ ਲੈਣ ਲਈ ਜਾਂਦੇ ਹੋ। ਮੈਂ 90% ਲੋਕਾਂ ਨੂੰ ਦੇਖਿਆ ਹੈ, ਉਹ ਪਹਿਲਾਂ ਕੁਝ ਫਲਾਇਰ ਚੈੱਕ ਕਰਦੇ ਨੇ, ਔਨਲਾਈਨ ਜਾ ਕੇ ਚੈੱਕ ਕਰਦੇ ਨੇ, ਦੇਖਦੇ ਨੇ ਆਹ ਸਟੋਰ 'ਤੇ ਸੇਲ ਲੱਗੀ, ਇੱਥੇ ਘੱਟ ਪ੍ਰਾਈਜ਼, ਇੱਥੇ ਵੱਧ ਪ੍ਰਾਈਜ਼ ਹੈ। ਕੁਝ ਸੈਂਟਾਂ ਨੂੰ ਵੀ ਬਚਾਉਣ ਵਾਸਤੇ, ਸੈਂਟਸ ਨੂੰ ਬਚਾਉਣ ਵਾਸਤੇ ਵੀ ਲੋਕ ਐਫਰਟ ਪਾਉਂਦੇ ਨੇ। ਇਹ ਚੀਜ਼ ਹੁੰਦੀ ਹੈ। ਵੱਡਾ ਕੋਈ ਬਲਕਿ ਸਮਾਨ ਖਰੀਦਣਾ ਹੈ ਜਿਹੜਾ ਰੋਜ਼ਮर्रा ਦੀ ਲੋੜ ਵਾਸਤੇ, ਉਹਦੇ ਵਾਸਤੇ ਵੀ ਨੈਗੋਸ਼ੀਏਸ਼ਨ ਕਰਦੇ ਨੇ ਲੋਕ, ਸਭ ਚੀਜ਼ਾਂ ਹੁੰਦੀਆਂ। ਪਰ ਜਦੋਂ ਇਹੋ ਜਿਹੇ ਸਮਾਨ ਦੀ ਗੱਲ ਆਉਂਦੀ ਜਿਹਦੇ 'ਚ ਫੈਸ਼ਨ ਇਨਵੋਲਵ ਆ, ਜਿਹਦੇ 'ਚ ਸਮ ਸੋਰਟ ਆਫ ਟਰੈਂਡ ਇਨਵੋਲਵ ਆ, ਇਹੋ ਜਿਹੀਆਂ ਚੀਜ਼ਾਂ ਨੇ, ਇਹਦੇ ਉੱਤੇ ਕੋਈ ਸੋਚਣ ਦੀ ਲੋੜ ਨਹੀਂ। ਜਿਹੜੀ ਵੱਡੀ ਇੰਡਸਟਰੀ ਵੱਡੇ ਲੈਵਲ 'ਤੇ ਪ੍ਰੋਫਿਟ ਅਰਨ ਕਰਦੀ ਹੈ ਉਹ ਇੰਡਸਟਰੀ ਹੈ। ਫਿਰ ਇਹ ਇੰਡਸਟਰੀ ਮੀਡੀਆ ਮੀਨ ਸਕਰੀਨ ਜਿਹੜੀ ਹੈ, ਜਿਹੜੀ ਉਹ ਭਾਵੇਂ ਟੈਲੀਵਿਜ਼ਨ ਸਕਰੀਨ ਆ, ਭਾਵੇਂ ਇੰਟਰਨੈਟ ਦੇ ਡਿਫਰੈਂਟ ਸਕਰੀਨ ਦੇ ਮਾਡਲਸ ਹੈਗੇ ਨੇ, ਜਾਂ ਵੱਡੀ ਸਿਨੇਮਾ ਸਕਰੀਨ ਆ, ਉਹਦੇ ਵਿੱਚ ਫਿਰ ਉਹਦੀ ਪੈਂਠ ਵੀ ਜ਼ਿਆਦਾ ਹੈ, ਕਿਉਂਕਿ ਉਹਨੇ ਹੋਰ ਤੇ ਕਿਤੇ ਖਰਚਾ ਕਰਨਾ ਹੀ ਨਹੀਂ, ਉਹਦੇ ਕੋਲ ਤੇ ਬੇਤਹਾਸ਼ਾ ਪ੍ਰੋਫਿਟ ਅਰਨ ਹੋ ਰਿਹਾ। ਫਿਰ ਉਹ ਦਿਸਦਾ ਵੀ ਜ਼ਿਆਦਾ ਹੈ, ਫਿਰ ਲੋਕ ਨੂੰ ਯੂਜ਼ ਵੀ ਜ਼ਿਆਦਾ ਕਰਦੇ ਨਜ਼ਰ ਪੈਂਦੇ ਨੇ, ਫਿਰ ਉਹਦੀ ਆਭਾ ਵੀ ਜ਼ਿਆਦਾ ਹੁੰਦੀ ਹੈ। ਇਹ ਸਾਰਾ ਇੱਕ ਇਕੋਨਮੀ ਨੂੰ ਚਲਾਉਣ ਵਾਲਾ ਮਾਡਲ ਆ। ਇਹ ਕੋਈ ਉਹ ਨਹੀਂ ਹੈ ਕਿ ਵਾਕਿਆ 'ਚ ਇਹ ਚੀਜ਼ ਬੈਨੀਫੀਸ਼ੀਅਲ ਹੈ, ਇਸ ਚੀਜ਼ ਦਾ ਕੋਈ ਬੈਨੀਫਿਟ ਹੈ ਉਸ ਰੂਪ ਦੇ ਵਿੱਚ ਆ। ਪਰ ਕੀਤਾ ਕੀ ਜਾਏ, ਕਿਉਂਕਿ ਇੰਨੀ ਵਾਰ ਇਹ ਚੀਜ਼ ਦੁਹਰਾਈ ਜਾਂਦੀ ਹੈ, ਵਿਖਾਈ ਜਾਂਦੀ ਹੈ, ਲੋਕ ਉਹਦੇ ਮੱਲੋ ਮੱਲੀ ਗਾਹਕ ਬਣੀ ਜਾਂਦੇ ਨੇ। ਫਿਰ ਇਹਦੇ ਵਿੱਚੋਂ ਸਮਾਜ ਦੇ ਵਿੱਚ ਜਿਹੜਾ ਟੀਨਏਜ ਦੇ ਨੇੜੇ ਤੇੜੇ ਦੇ ਬੱਚੇ ਜਿਹੜੇ ਨੇ, ਬੱਚੇ ਬੱਚੀਆਂ, ਉਹਨਾਂ ਦੇ ਬਿਹੇਵੀਅਰ ਨੂੰ ਫਿਰ ਇਹ ਲੋਕ ਜਿਹੜੇ ਨੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਗਰੂਮਿੰਗ ਕਰਦੇ ਨੇ। ਅਤੇ ਉਹ ਕਈ ਵਾਰੀ ਬੱਚਾ ਸੋਸ਼ਲ ਮੀਡੀਆ 'ਤੇ ਹਾਲ ਦੇਖੋ, ਮਤਲਬ ਜਿਹੜੀ ਸਾਈਬਰ ਬੁਲਿੰਗ ਆ, ਉਹਦੇ ਥਰੂ ਜਿਹੜੀ ਗਰੂਮਿੰਗ ਹੋ ਰਹੀ ਹੈ ਬੱਚਿਆਂ ਦੀ, ਮਤਲਬ ਹਜ਼ਾਰਾਂ ਐਗਜ਼ਾਮਪਲਸ ਨੇ ਮੇਰੇ ਕੋਲ ਵੀ ਕਿਵੇਂ ਬੱਚਿਆਂ ਦੀ ਗਰੂਮਿੰਗ ਹੁੰਦੀ, ਕਿਵੇਂ ਉਹਨਾਂ ਨੂੰ ਮਤਲਬ ਕਿਸ ਤਰ੍ਹਾਂ ਦੇ ਕੱਪੜੇ ਪਾਏ ਜਾਣ, ਕਿਸ ਤਰ੍ਹਾਂ ਦੀ ਚੀਜ਼ ਕੀਤੀ ਜਾਏ। ਫੈਮਿਲੀ ਜਿਹੜੀ ਹੈ ਉਹ ਕਈ ਵਾਰੀ ਉਹਦੀ ਪੇਸ਼ ਵੀ ਨਹੀਂ ਜਾਂਦੀ ਵੀ ਕੀ ਕੀਤਾ ਜਾਏ। ਬੱਚਾ ਆਖਣ ਲੱਗ ਰਿਹਾ ਹੁਣ ਕੀ ਕਰੀਏ। ਉਹ ਬੱਚੇ ਨੂੰ ਉਹ ਅੱਗੋਂ ਆਵਾਜ਼ ਇਹ ਆਉਂਦੀ ਹੈ ਕਿ ਯੂ ਗਾਇਜ਼ ਆਰ ਸੋ ਜਜਮੈਂਟਲ, ਯੂ ਗਾਇਜ਼ ਆਰ ਸੋ ਐਕਚੁਅਲੀ ਮਚ ਯੂ ਕੈਨ ਸੇ ਬੈਕਵਰਡ, ਯੂ ਗਾਇਜ਼ ਡੋਂਟ ਨੋ ਐਨੀਥਿੰਗ। ਉਹਨਾਂ ਨੂੰ ਲੌਂਗ ਰਨ 'ਚ ਦਿਸ ਰਿਹਾ ਹੁੰਦਾ ਕਿ ਇਹ ਤਾਂ ਐਕਚੁਅਲੀ ਕੰਮ ਖਰਾਬ ਹੋ ਜਾਏਗਾ। ਅਤੇ ਫਿਰ ਇਹ 'ਚ ਮੈਂ ਕਹਿੰਦਾ ਗੁੱਸਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਕਈ ਵਾਰ ਬੱਚੇ ਦੀਆਂ ਇਹੋ ਜਿਹੀਆਂ ਵਿਸ਼ੇਜ਼ ਹੁੰਦੀਆਂ ਨੇ, ਉਹ ਜ਼ਰੂਰ ਕਰਨਾ ਚਾਹੁੰਦਾ, ਪਰ ਉਹਨੂੰ ਦੱਸ ਜ਼ਰੂਰ ਦਿੱਤਾ ਜਾਏ। ਬੀਇੰਗ ਅ ਕਾਉਂਸਲਰ ਅਸੀਂ ਕਹਿੰਦੇ ਹਾਂ ਕਿ ਇਹਨੂੰ ਕਹਿ ਦਿਓ ਕਿ ਓਕੇ ਇਟਸ ਯੂਰ ਚੋਇਸ, ਫਾਈਨਲੀ ਯੂ ਗੋਨਾ ਡਿਸਾਈਡ, ਬਟ ਲੈਟ ਮੀ ਟੈਲ ਯੂ, ਐਵੇਂ ਦੇ ਕੱਪੜੇ ਪਾ ਕੇ ਤੈਨੂੰ ਆਹ ਨਾਮ ਮਿਲੇਗਾ ਸੋਸਾਇਟੀ 'ਚ, ਵਿਲ ਯੂ ਬੀ ਓਕੇ ਵਿਦ ਇਟ। ਤੈਨੂੰ ਪਤਾ ਇਹ ਸਭ ਕੁਝ ਕਰਨ ਦੇ ਨਾਲ ਇਸ ਕਿਸਮ ਦਾ ਇੰਪ੍ਰੈਸ਼ਨ ਬਣਦਾ ਹੈ ਕਿ ਤੈਨੂੰ ਪਤਾ ਤੂੰ ਰੈਡੀ ਹੈ ਇਸ ਇੰਪ੍ਰੈਸ਼ਨ ਨੂੰ ਅਡਾਪਟ ਕਰਨ ਵਾਸਤੇ। ਮੈਂ ਸਿਰਫ ਤੈਨੂੰ ਜਿਹੜਾ ਹੈਗਾ ਆਈ ਵਾਂਟ ਟੂ ਐਕਚੁਅਲੀ ਗਿਵ ਯੂ ਸਮ ਸੋਰਟ ਆਫ ਆਈਡੀਆ, ਯੂ ਕੈਨ ਥਿੰਕ ਅਹੈਡ, ਜਸਟ ਹੈਡ ਅਪ, ਤਾਂ ਕਿ ਤੇਰੇ ਕੋਲ ਕੁਝ ਆਈਡੀਆ ਹੋਏ ਵੀ ਆਹ ਚੀਜ਼ ਹੋ ਸਕਦੀ ਹੈ। ਇਹ ਚੀਜ਼ ਦਿਸ ਰਹੀ ਹੈ ਇਹਦੇ ਵਿੱਚੋਂ, ਮਿਰਰ ਦੇ ਤੌਰ 'ਤੇ ਮੈਂ ਤੁਹਾਨੂੰ ਦਿਖਾ ਰਿਹਾ ਵੀ ਐਵੇਂ ਲੱਗ ਰਿਹਾ ਹੈ ਇਸ ਰੂਪ ਦੇ ਵਿੱਚ। ਈਵਨ ਇੱਥੇ ਜਿਹੜਾ ਵੱਡੀਆਂ ਕਾਰਪੋਰੇਟ ਵਰਲਡ 'ਚ ਤੁਸੀਂ ਦੇਖੋ, ਉਹਦੇ ਵਿੱਚ ਵੀ ਬਕਾਇਦਾ ਤੌਰ 'ਤੇ ਡਰੈਸ ਕੋਡਸ ਦੀਆਂ ਗੱਲਾਂ ਹੁੰਦੀਆਂ ਨੇ ਸਭ ਚੀਜ਼ਾਂ ਦੇ 'ਚ। ਅਤੇ ਬਕਾਇਦਾ ਤੌਰ 'ਤੇ ਇੱਕ ਵਾਰੀ ਮੈਨੂੰ ਕਿਸੇ ਨੇ ਬਿਆਨ ਕੀਤਾ ਕਿ ਸਾਡਾ ਜਿਹੜਾ ਡਰੈਸ ਕੋਡ ਦੇ ਬਾਰੇ ਓਰੀਐਂਟੇਸ਼ਨ ਦੇਣ ਵਾਲਾ ਪ੍ਰੈਜ਼ੈਂਟਰ ਸੀਗਾ, ਉਹ ਬਕਾਇਦਾ ਤੌਰ 'ਤੇ ਸਾਨੂੰ ਇੱਕੋ ਗੱਲ ਕਹਿੰਦਾ ਆ ਕੇ, ਕਹਿੰਦਾ ਗੱਲ ਇਹ ਹੈ ਕਿ ਬਿਫੋਰ ਯੂ ਲੀਵ ਯੂਰ ਹੋਮ ਔਰ ਯੂਰ ਪਲੇਸ for work, just go in front of the mirror and ask yourself, are you going on a beach or work? ਇਹ ਪੁੱਛ ਆਪਣੇ ਆਪ ਨੂੰ। ਜੇ ਤੇ ਤੇਰਾ inner instinct ਇਹ ਕਹਿੰਦਾ ਵੀ your dress seems like you're going to actually enjoy the beach, then forget about those clothes. ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ, ਇਹ ਤ੍ਰਿਕਟੀ ਨਾਰ ਦਾ ਮਾਇਨਾ ਇਹ ਹੁੰਦਾ ਆ ਕਿ ਜਦੋਂ ਬੰਦਾ
ਇਹੋ ਜਿਹੇ ਹਾਓ ਪਾਓ, ਇਹੋ ਜਿਹਾ ਜੀਵਨ ਦਾ ਪ੍ਰਸੰਗ ਵਿਖਾਏ ਜਿਹੜਾ ਆਮ ਹਾਲਤਾਂ 'ਚ ਐਕਸੈਪਟੇਬਲ ਨਾ ਹੋਏ। ਲੌਂਗ ਰਨ ਦੇ ਵਿੱਚ ਉਹਨੂੰ ਖੁਦ ਨੂੰ ਐਕਸੈਪਟੇਬਲ ਨਹੀਂ ਹੋਏਗਾ। ਜਿਵੇਂ ਜਿਵੇਂ ਲਾਈਫ ਦੇ ਵਿੱਚ ਮੈਚੋਰਿਟੀ ਆਏਗੀ ਜਾਂ ਆਲੇ ਦੁਆਲੇ ਦਾ ਐਕਸਪੋਜ਼ਰ ਵਧੇਗਾ ਉਸ ਰੂਪ ਦੇ ਵਿੱਚ। ਮਾਫੀ ਚਾਹਾਂਗਾ ਮੈਂ ਤੇ ਬੱਚਿਆਂ ਨੂੰ ਕਈ ਵਾਰੀ ਕਹਿੰਦੇ ਨੇ ਕਿ ਬ੍ਰਿਜ ਭਾਸ਼ਾ 'ਚ ਕਹਿੰਦਾ ਥੋਥਾ ਛਣਾ ਬਾਜਾ ਖਣਾ, ਮਤਲਬ ਜਿਹੜਾ ਜਿੰਨਾ ਬੰਦਾ ਖਾਲੀ ਹੈ ਅੰਦਰੋਂ ਓਨਾ ਜ਼ਿਆਦਾ ਉਹ ਵਿਖਾਵਾ ਕਰਨ ਦੀ ਟਰਾਈ ਕਰਦਾ ਆ। ਮੇਰੇ ਕੁਝ ਜਾਣਨ ਵਾਲੇ ਸੱਜਣ ਮਿੱਤਰ ਪਰਿਵਾਰ ਹੈਗੇ ਨੇ ਇੱਧਰ ਸਟੇਟਸ ਦੇ ਵਿੱਚ, ਤੁਸੀਂ ਜਾ ਕੇ ਮਿਲੋ, ਤੁਸੀਂ ਉਹਨਾਂ ਨੂੰ ਜੇ ਤੇ ਉਹ ਕਹਿੰਦੇ ਨੈਵਰ ਜੱਜ ਟਰਾਈ ਟੂ ਜੱਜ ਏ ਬੁੱਕ ਬਾਏ ਦਾ ਕਵਰ। ਕਿਸੇ ਕਿਤਾਬ ਦੇ ਕਵਰ ਨੂੰ ਦੇਖ ਕੇ ਉਹਨੂੰ ਬੁੱਕ ਨੂੰ ਜਿਹੜਾ ਹੈਗਾ ਉਹਨੂੰ ਕਿਤਾਬ ਨੂੰ ਜੱਜ ਨਾ ਕਰੋ। ਬਿਲਕੁਲ ਠੀਕ ਗੱਲ ਹੈ, ਪਰ ਇਸ ਲੈਵਲ 'ਤੇ ਵੀ ਹੈ ਕਿ ਉਹ ਸ਼ਖਸ ਮਿਲ ਰਿਹਾ, ਉਹਨੂੰ ਬੰਦਾ ਦੇਖੇਗਾ ਇਹ ਕੌਣ ਹੈ, ਇਹ ਤਾਂ ਕੋਈ ਲੱਗਦਾ ਕੋਈ ਪੇਂਡੂ ਜਿਹਾ ਬੰਦਾ ਆ, ਕੋਈ ਲੇਬਰ ਕਰਨ ਵਾਲਾ ਬੰਦਾ ਆ, ਕੋਈ ਲੇਡੀ ਹੈ, ਇਹ ਤਾਂ ਵਿਚਾਰੀ ਐਵੇਂ ਹੋਣੀ ਅਨਪੜ੍ਹ ਜੀ ਲੇਡੀ। ਬਾਅਦ 'ਚ ਪਤਾ ਲੱਗਾ ਨਹੀਂ ਇਹ ਕਿਡਨੀ ਸਪੈਸ਼ਲਿਸਟ ਆ, ਇਹ ਹਾਰਟ ਸਪੈਸ਼ਲਿਸਟ ਆ, ਇਹ ਇੱਥੇ IT ਦੇ ਵਿੱਚ ਪ੍ਰੋਫੈਸ਼ਨਲ ਆ, ਫਲਾਣਾ। ਅੱਛਾ ਹੱਦ ਹੋ ਗਈ ਭਈ। ਗੱਲ ਇਹ ਆ ਗੁਣਾਤਮਕ ਪੱਖ ਤੋਂ ਉੱਚਾ ਚੁੱਕੋ ਆਪਣੇ ਆਪ ਨੂੰ। ਬਾਕੀ ਜਿਹੜੀ ਚੀਜ਼ ਆ ਤੁਹਾਡਾ ਕੈਲੀਬਰ ਦੱਸੇਗਾ, ਤੁਹਾਡੀ ਜ਼ਰੂਰੀ ਨਹੀਂ ਤੁਹਾਡੀ ਡਰੈਸ, ਤੁਹਾਡਾ ਉਸ ਕਿਸਮ ਦਾ ਉਸ ਚੀਜ਼ਾਂ ਜਿਹੜੀਆਂ ਨੇ। ਇਹ ਸਮਾਜ 'ਚ ਪੁਰਾਣੇ ਸਮੇਂ ਤੋਂ ਰਿਹਾ। ਗੁਰੂ ਬਾਬਾ ਜੀ ਕਹਿੰਦੇ ਮਾਇਆ ਮੋਹ ਜਿਹੜੀ ਇਹ ਬਿਰਤੀ ਹੈ ਸੰਸਾਰ ਤੇ ਸਮਾਜ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਹੈਗਾ ਬੜਾ ਧਨਾੜ ਵੇਖਣ ਦੀ ਤੇ ਬੜਾ ਰਾਜਸੀ ਤੌਰ ਤੇ ਇੱਕ ਠਾਠ ਬਾਠ 'ਚ ਵੇਖਣ ਦੀ, ਇਹ ਐਸੀ ਬਿਰਤੀ ਤਰਕਟੀ ਨਾਰ, ਜਿਵੇਂ ਕੋਈ ਖਾਸ ਕਰਕੇ ਇਸਤਰੀ ਇਸ ਤਰੀਕੇ ਦਾ ਵਿਹਾਰ ਕਰਦੀ ਹੈ ਜਿਹੜਾ ਆਮ ਹਾਲਤਾਂ ਦੇ ਵਿੱਚ ਐਕਸੈਪਟੇਬਲ ਨਹੀਂ ਹੁੰਦਾ ਉਸ ਸਮਾਜ ਦੇ ਅੰਦਰ। ਭੂੰਡੀ ਕਾਮਣ ਕਾਮਣਿਆਰ, ਭੂੰਡੀ ਕਾਮਣ ਕਾਮਣਿਆਰ, ਕਾਮਣ ਦਾ ਮਤਲਬ ਪਹਿਲਾ ਕਾਮਣੀ ਹੈ, ਦੂਸਰੇ ਕਾਮਣਿਆਰ ਦਾ ਮਤਲਬ ਹੈ ਟੂਣੇ ਕਰਨ ਵਾਲਾ, ਟੂਣੇ ਕਰਨਹਾਰੀ। ਟੂਣਾ, ਇਹ ਟੂਣੇ ਟਪਾਰ ਵਗੈਰਾ ਸਮਾਜ ਦੇ ਵਿੱਚ ਅਕਸਰ ਅਸੀਂ ਵੇਖਦੇ ਹਾਂ ਕਿ ਇਹ ਸਮਾਜ ਕਿਤੇ ਨਾ ਕਿਤੇ ਦਿਸ ਜਾਂਦੇ ਨੇ। ਅੱਜ ਦੇ ਸਮਾਜ ਵਿੱਚ ਬਹੁਤ ਜ਼ਿਆਦਾ ਨੇ, ਅੱਜ ਵੀ ਇਹ ਬਹੁਤ ਜ਼ਿਆਦਾ ਨੇ, ਪੁਰਾਣੇ ਸਮੇਂ ਵੀ ਸੀਗੇ। ਅਤੇ ਹੁੰਦਾ ਇਹ ਹੈ ਕਿ ਆਪਨੇ ਪਿੰਡਾਂ ਥਾਵਾਂ 'ਤੇ ਦੇਖਿਆ ਹੋਣਾ, ਲੋਕ ਕਿਸੇ ਦੇ ਘਰੇ ਕਿਸੇ ਕਹਿੰਦੇ ਨਾ ਉਹਦੇ ਚੁੱਲ੍ਹੇ ਤੋਂ ਚਾਹ ਨਹੀਂ ਪੀਣੀ, ਕਿਉਂ, ਉਹਦਾ ਪਤਾ ਨਹੀਂ ਕੀ ਪਾ ਕੇ ਦੇ ਵਿੱਚ। ਸੋ ਇਸ ਕਿਸਮ ਦੇ ਨਾਲ ਉਹ ਤੋਂ ਡਰ ਭੈ ਲੱਗਣਾ, ਉਹ ਇਸ ਤਰੀਕੇ ਨਾਲ ਗੁਰੂ ਬਾਬਾ ਜੀ ਬਿਆਨ ਕਰਦੇ ਕਿ ਇਹ ਜਿਹੜੀ ਬਿਰਤੀ ਹੈ ਭੂੰਡੀ ਕਾਮਣ ਕਾਮਣ ਯਾਰ, ਇਸ ਕਿਸਮ ਦੀ ਬਿਰਤੀ ਹੈ, ਇਹ ਤੋਂ ਡਰਨ ਦਾ ਹੀ ਫਾਇਦਾ ਆ, ਅਹਿਸਾਸ ਨਹੀਂ ਕੋਈ। ਇਹ ਮੈਟਾਫੋਰ ਦੇ ਤੌਰ ਤੇ ਬਿਆਨ ਕੀਤਾ। ਗੁਰਮਤ ਦਾ ਉਹਨਾਂ ਕਾਮਣ ਦੇ ਨਾਲ ਟੂਣਿਆਂ ਦੇ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਹੈਗਾ, ਕੋਈ ਲੈਣ, ਬਲਕਿ ਗੁਰਮਤ ਤੇ ਤੋਂ ਸਾਨੂੰ ਆਜ਼ਾਦ ਕਰਦੀ ਹੈ। ਰੈਸਟ ਆਫ ਸ਼ਬਦ ਜਿਹਦੀ ਬਾਤ ਫਰਦਰ ਲੈਵਲ ਤੇ ਵੀ ਹੋ ਰਹੀ ਹੈ। ਮੈਂ ਅੱਜ ਵਾਸਤੇ ਇੱਥੇ ਜੋ ਹੈ ਵਾਈਂਡ ਅਪ ਕਰ ਦੇਣਾ, ਕਿਉਂਕਿ ਟਾਈਮ ਓਵਰ ਹੋ ਚੁੱਕਾ ਆ। ਭੁੱਲਾਂ ਗਲਤੀਆਂ ਲਈ ਮਾਫੀ ਚਾਹਾਂਗਾ। ਗੁਰੂ ਮਹਾਰਾਜ ਬਖਸ਼ਿਸ਼ ਕਰਨ ਇਹਨਾਂ ਸ਼ਬਦਾਂ 'ਚੋਂ ਸਾਨੂੰ ਸਮਝ ਆਵੇ, ਸੋਝੀ ਆਵੇ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਸਮਾਪਤੀ ਕਰ ਰਹੇ ਹਾਂ। ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।